6 ਤਰੀਕ ਨੂੰ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਹਦੇ ਵਿੱਚ ਫਿਲਮੀ ਗਾਣੇ ਵਜਾਏ ਜਾਂਦੇ ਹੈਗੇ ਆ। ਇਸ ਸਾਰੇ ਸਿਨੈਰੀਓ 'ਚ ਉੱਥੇ ਬੀਬੀ ਤਰਵਿੰਦਰ ਕੌਰ ਖਾਲਸਾ ਵੀ ਮੌਜੂਦ ਸਨ। ਕਿਤੇ ਨਾ ਕਿਤੇ ਉਹ ਅੱਗੇ ਆ ਕੇ ਕੋਸ਼ਿਸ਼ ਇੱਕ ਵਾਰੀ ਕਰਦੇ ਆ ਕਿ ਸ਼ਾਇਦ ਜਦੋਂ ਇਹ ਸਭ ਕੁਝ ਹੋ ਰਿਹਾ ਹੁੰਦਾ ਉਦੋਂ ਹੀ ਇਹਨਾਂ ਦੇ ਇੱਕ ਢੋਲਕੀ, ਮੈਨੂੰ ਨਾਮ ਪੂਰਾ ਪਤਾ ਨਹੀਂ ਹੈਗਾ, ਸ਼ਾਇਦ ਕੋਈ ਢੋਲਕੀ ਜੀ ਹੈਗੇ ਨੇ, ਉਹ ਪਿੱਛੋਂ ਦੀ ਔਰ ਇਹਨਾਂ ਦੇ ਕਈ ਸਾਰੇ, ਇੱਕ ਪਤਾ ਨਹੀਂ ਸ਼ਾਇਦ ਕੋਈ ਬੱਬਰ ਨਾਮ ਦੇ ਬਿੰਦਰਾ ਜੀ, ਇਹ ਸਾਰੇ ਬਹੁਤ ਜ਼ਿਆਦਾ ਬਦਤਮੀਜ਼ੀ, ਜਿਨ੍ਹਾਂ ਨੇ ਸਭ ਤੋਂ ਜ਼ਿਆਦਾ ਬਦਤਮੀਜ਼ੀ ਕੀਤੀ ਉਹ ਤਿੰਨ, ਇਹ ਨਾਮ ਮੈਂ ਮੈਂਸ਼ਨ ਕਰਦੀ ਹਾਂ ਕਿ ਤਿੰਨਾਂ ਨੇ ਜ਼ਿਆਦਾ ਬਦਤਮੀਜ਼ੀ ਕੀਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਕਿ ਆਪ ਸਭ ਜਾਣਦੇ ਹੋ ਕਿ 6 ਤਰੀਕ ਨੂੰ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਹਦੇ ਵਿੱਚ ਫਿਲਮੀ ਗਾਣੇ ਵਜਾਏ ਜਾਂਦੇ ਹੈਗੇ ਆ, ਤੇ ਜੋ ਕਿ ਸਾਡੇ ਗੁਰੂ ਘਰਾਂ ਦੇ ਵਿੱਚ ਬਿਲਕੁਲ ਵੀ ਸ਼ੋਭਦੇ ਨਹੀਂ ਹੈਗੇ ਆ। ਉਹ ਜਦੋਂ ਸਾਡੇ ਕੋਲ ਪਹੁੰਚਦੇ ਆ ਤੇ ਸਾਡੇ ਦਿਲ ਨੂੰ ਬੜਾ ਦਰਦ ਪਹੁੰਚਦਾ ਹੈ। ਤੇ ਅਸੀਂ ਐਮਰਜੈਂਸੀ 7 ਤਰੀਕ ਨੂੰ ਅਸੀਂ ਮਾਈ ਭਾਗੋ ਦੀ ਬੀਬੀਆਂ ਇਕੱਠੀਆਂ ਹੁੰਦੀਆਂ, ਆਪਸ ਵਿੱਚ ਗੱਲ ਕਰਦੇ ਹਾਂ ਕਿ ਕਿਉਂਕਿ ਦਿਨ ਪੇ ਦਿਨ ਕੋਈ ਨਾ ਕੋਈ ਇਹੋ ਜਿਹੀ ਗੱਲ ਆਉਂਦੀ ਹੈ ਕਿ ਕਦੀ ਕੁਝ ਹੋ ਰਿਹਾ ਗੁਰੂ ਘਰ, ਕਦੀ ਕੁਝ ਹੋ ਰਿਹਾ, ਤੇ ਜਦੋਂ ਹੁਣ ਗਾਣੇ ਵੱਜੇ ਤੇ ਕਿਤੇ ਨਾ ਕਿਤੇ ਦਿਲ ਬਹੁਤ ਜ਼ਿਆਦਾ ਦੁੱਖ ਗਿਆ ਕਿ ਹੁਣ ਇੱਥੇ ਤੱਕ ਨੌਬਤ ਆ ਗਈ ਹੈ ਕਿ ਇੱਥੇ ਫਿਲਮੀ ਗਾਣੇ ਵਜਾਏ ਜਾਣਗੇ। ਤੇ ਅਸੀਂ ਜਿਹੜੀ 5-6 ਬੀਬੀਆਂ ਅਸੀਂ ਬੈਠੀਆਂ ਹੋਈਆਂ ਸੀ, ਅਸੀਂ ਹੋਰ ਸਾਡੇ 40 ਬੀਬੀਆਂ ਦਾ ਜੱਥਾ ਹੈਗਾ, ਅਸੀਂ ਸਾਰਿਆਂ ਨੂੰ ਫੋਨ ਤੇ ਲਿਆ ਕਿਉਂਕਿ ਕੋਵਿਡ ਇਕੱਠੇ ਨਹੀਂ ਹੋ ਸਕਦੇ ਸੀ। ਅਸੀਂ ਸਾਰਿਆਂ ਨਾਲ ਸਲਾਹ ਕੀਤੀ ਤੇ ਉਹਨਾਂ ਨੇ ਕਿਹਾ ਕਿ ਦੇਖ ਲਓ ਅਗਰ ਜਾਣਾ ਚਾਹੀਦਾ ਤੇ ਸਾਰਿਆਂ ਨੇ ਕਿਹਾ ਕਿ ਚਲੋ ਦੱਸੋ ਕੀ ਕਰਨਾ। ਫਿਰ ਸਾਡੀ ਕਰਦੇ ਸਲਾਹ ਸਾਡੀ ਬਣ ਗਈ ਕਿ ਨਹੀਂ ਅਸੀਂ ਜਾ ਕੇ ਪੁੱਛਾਂਗੇ। ਤੇ ਅਸੀਂ ਸਿਰਫ 7 ਬੀਬੀਆਂ ਆਉਂਦੀਆਂ ਹੈਗੀਆਂ ਇੱਥੇ, 7 ਬੀਬੀਆਂ ਵਿੱਚੋਂ 5 ਬੀਬੀਆਂ ਅਸੀਂ ਹਰਮੀਤ ਸਿੰਘ ਕਾਲਕਾ ਜੀ ਦੇ ਦਫ਼ਤਰ ਪਹੁੰਚਦੇ ਹਾਂ ਜਿੱਥੇ ਉਹਨਾਂ ਦੀ ਇੱਕ ਕਾਨਫਰੰਸ ਚੱਲ ਰਹੀ ਸੀ। ਕਿਉਂਕਿ ਮੈਂ ਹੁਣੇ ਪਾਰਟੀ ਵੀ ਜੁਆਇਨ ਕੀਤੀ ਹੈਗੀ ਹੈ ਤੇ ਮੈਨੂੰ ਇੰਨੀ ਨੌਲੇਜ ਨਹੀਂ ਸੀ ਕਿ ਬਈ ਕੋਈ ਕਾਨਫਰੰਸ ਚੱਲ ਰਹੀ ਹੈ, ਮੈਨੂੰ ਬੋਲਣਾ ਹੈ ਜਾਂ ਨਹੀਂ ਬੋਲਣਾ ਹੈਗਾ। ਰਾਜਨੀਤਿਕ ਦਾ ਮਤਲਬ ਹੁੰਦਾ ਤੇ ਸ਼ਾਇਦ ਮੈਂ ਕੋਈ ਆਪਣਾ ਮੈਂ ਕੀ ਮੀਡੀਆ ਲੈ ਕੇ ਜਾਂਦੀ ਜਾਂ ਫਿਰ ਮੈਂ ਆਪਣੇ ਫੋਨ ਤੋਂ ਫੇਸਬੁੱਕ ਤੋਂ ਲਾਈਵ ਕਰਦੀ, ਕਿਉਂਕਿ ਮੈਂ ਇਹੋ ਜਿਹਾ ਕੋਈ ਵੀ ਕੰਮ ਨਹੀਂ ਕੀਤਾ ਹੈਗਾ। ਜਾਂ ਫਿਰ ਮੈਂ ਕਹਾਂ ਕਿ ਜਿਹੜੀ ਉਹਨਾਂ ਦੀ ਕਾਨਫਰੰਸ ਚੱਲ ਰਹੀ ਸੀ, ਜਦੋਂ ਮੈਂ ਫਤਿਹ ਦੀ ਸਾਂਝ ਕਰਦੀ ਹਾਂ, ਮੈਂ ਕਹਿੰਦੀ ਵੀਰ ਜੀ ਮੇਰਾ ਵੀ ਸਵਾਲ ਹੈ, ਤੇ ਹਰਮੀਤ ਕਾਲਕਾ ਜੀ ਕਹਿੰਦੇ ਬੀਬੀ ਜੀ ਇੱਥੇ ਕਾਨਫਰੰਸ ਚੱਲਦੀ ਪਈ ਹੈ, ਅਸੀਂ ਤੁਹਾਨੂੰ ਹਜੇ ਨਹੀਂ ਕੋਈ ਵੀ ਸਵਾਲ ਦਾ ਜਵਾਬ ਦੇਵਾਂਗੇ, ਬਾਅਦ ਚੋਂ ਐਡਰੈਸ ਕਰਾਂਗੇ। ਤੇ ਅਗਰ ਮੈਂ ਕੋਈ ਪੋਲੀਟੀਕਲੀ ਮਨਸ਼ਾ ਲੈ ਕੇ ਜਾਂਦੀ ਤੇ ਮੈਨੂੰ ਲੱਗਦਾ ਕਿ ਸ਼ਾਇਦ ਮੈਂ ਉਦੋਂ ਹੀ ਜੋ ਵੀ ਖੱਪ ਪਾਣੀ ਸੀ ਮੈਂ ਪਾ ਸਕਦੀ ਸੀ, ਬਟ ਮੈਂ ਇੱਦਾਂ ਦਾ ਕੁਝ ਨਹੀਂ ਲੈ ਕੇ ਗਈ ਸੀ। ਸਿਰਫ ਇੱਕ ਮਨ ਦੁਖਿਆ ਹੋਇਆ, ਇੱਕ ਗੁਰੂ ਦੀ ਸਿੱਖ ਹੋਣ ਦੇ ਨਾਤੇ ਮੈਂ ਉਸ ਕਰਕੇ ਪੁੱਛਣ ਗਈ ਸੀ ਕਿ ਉਸ ਸਵਾਲਾਂ ਦੇ ਜਵਾਬ ਮਿਲਣ ਜੋ ਹੋ ਰਿਹਾ ਇਸ ਕੌਮ ਵਿੱਚ। ਕਦੋਂ ਤੱਕ ਅਸੀਂ ਮੀਡੀਆ ਰਾਹੀਂ ਇੱਕ ਦੂਜੇ ਤੋਂ ਸਵਾਲ ਪੁੱਛਦੇ ਰਵਾਂਗੇ, ਕਿਉਂਕਿ ਉਹ ਤੁਹਾਨੂੰ ਇੱਕ ਮੈਸੇਜ ਚਲਾ ਜਾਂਦਾ ਕਿ ਅਸੀਂ ਸੋਰੀ ਬੋਲਤਾ ਜਾਂ ਜੀ ਇਹ ਕੰਮ ਹੋ ਗਿਆ, ਲੇਕਿਨ ਅਸੀਂ ਸੰਤੁਸ਼ਟ ਹੈਗੇ ਹਾਂ ਉਸ ਚੀਜ਼ ਤੋਂ ਜਾਂ ਨਹੀਂ, ਉਹ ਕਿੱਦਾਂ ਪਤਾ ਲੱਗੇਗਾ। ਮੈਂ ਉਹਨਾਂ ਦੀ ਸੋਰੀ ਤੋਂ ਬਿਲਕੁਲ ਵੀ ਸੈਕਰੀਫਾਈਸ ਨਹੀਂ ਸੀ ਤੇ ਮੈਂ ਉਹਨਾਂ ਨੂੰ ਸਵਾਲ ਕਰਨ ਉੱਥੇ ਪਹੁੰਚੀ ਹੈਗੀ ਹਾਂ, ਜੋ ਕਿ ਉਹਨਾਂ ਨੇ ਕਿਹਾ ਮੀਡੀਆ ਦੇ ਬਾਅਦ ਅਸੀਂ ਤੁਹਾਨੂੰ ਐਡਰੈਸ ਕਰਾਂਗੇ। ਫਤਿਹ ਬੁਲਾਉਂਦੀ ਹਾਂ, ਉਹਨਾਂ ਨੇ ਰੋਕਤਾ, ਮੈਂ ਬਿਲਕੁਲ ਖੜੀ ਹੋ ਜਾਂਦੀ ਹਾਂ। ਉਹਨਾਂ ਦੀ ਪੂਰੀ ਕਾਨਫਰੰਸ ਹੁੰਦੀ ਹੈਗੀ, ਕਾਨਫਰੰਸ ਜਦੋਂ ਖਤਮ ਹੋ ਜਾਂਦੀ ਹੈ ਉਹਦੇ ਬਾਅਦ ਮੈਂ ਜਦੋਂ ਹਰਮੀਤ ਕਾਲਕਾ ਜੀ ਜਾਣ ਲੱਗਦੇ, ਮੈਂ ਕਹਿੰਦੀ ਵੀਰ ਜੀ ਆਪ ਜੀ ਨੇ ਮੈਨੂੰ ਕਿਹਾ ਸੀ ਮੇਰੇ ਨਾਲ ਗੱਲ ਕਰੋਗੇ, ਪਲੀਜ਼ ਮੇਰੇ ਸਵਾਲ ਦਾ ਜਵਾਬ ਦੇ ਕੇ ਜਾਓ। ਉਹ ਬਿਨਾਂ ਇੱਕ ਵੀ ਵਰਡ ਬੋਲੇ ਆਪਣੇ ਪਿੱਛੇ ਜਿਹੜਾ ਉਹਨਾਂ ਨੇ ਰੈਸਟ ਰੂਮ ਬਣਾਇਆ, ਰੱਬ ਜਾਣੇ ਕਿਹੜਾ ਕਮਰਾ ਹੈਗਾ, ਉਹਦੇ ਵਿੱਚ ਚਲੇ ਜਾਂਦੇ ਆ। ਔਰ ਜੋ ਕਾਨਫਰੰਸ ਵਿੱਚ ਬੰਦੇ ਨਜ਼ਰ ਆ ਰਹੇ ਨੇ, ਪਹਿਲੀ ਗੱਲ ਤਾਂ ਮੈਂ ਉਹਨਾਂ ਸਾਰਿਆਂ ਨੂੰ ਪਹਿਲੀ ਵਾਰੀ ਦੇਖਿਆ ਸੀ, ਮੈਂ ਨਹੀਂ ਜਾਣਦੀ ਹੈਗੀ ਉਹਨਾਂ ਸਾਰਿਆਂ ਨੂੰ, ਤੇ ਕਾਫੀ ਸਾਰੇ ਉੱਥੇ ਮੇਰੇ ਵੀਰ ਖਲੋਤੇ ਹੋਏ ਸਨ। ਤੇ ਲੇਕਿਨ ਜੋ ਉਹਨਾਂ ਦੇ ਅੰਦਰ ਜਾਂਦੇ ਹੀ ਮੇਰੇ ਨਾਲ ਭਾਸ਼ਾ ਬੋਲੀ ਗਈ। ਸਭ ਤੋਂ ਪਹਿਲੇ ਤਾਂ ਇਹ ਬੋਲਿਆ ਗਿਆ ਕਿ ਬੀਬੀ ਜੀ ਤੁਸੀਂ ਕੈਂਡੀਡੇਟ ਹੋ, ਤੁਸੀਂ ਇਲੈਕਸ਼ਨ ਨਹੀਂ ਲੜ ਰਹੇ। ਮੈਂ ਮੈਂਸ਼ਨ ਕੀਤਾ, ਮੈਂ ਕਿਹਾ ਬਿਲਕੁਲ ਲੜ ਰਹੀ ਹੈਗੀ, ਲੇਕਿਨ ਅੱਜ ਮੈਂ ਇੱਥੇ ਕੋਈ ਪੋਲੀਟੀਕਲੀ ਵਾਸਤੇ ਨਹੀਂ ਆਈ ਹੈਗੀ ਹਾਂ, ਮੈਂ ਇੱਕ ਜਥੇ ਦੀ ਦਾਸ ਦੇ ਰੂਪ ਵਿੱਚ ਸੇਵਾ ਨਿਭਾ ਰਹੀ ਹਾਂ। ਬੀਬੀਆਂ ਦਾ ਹੁਕਮ ਹੋਇਆ ਕਿ ਅਸੀਂ ਜਾ ਕੇ ਪੁੱਛਣਾ, ਤੇ ਵੀਰ ਜੀ ਮੈਂ ਤਦ ਆਈ ਹਾਂ, ਪਲੀਜ਼ ਮੇਰੇ ਸਵਾਲਾਂ ਦਾ ਜਵਾਬ ਦਿਓ। ਹਰਮੀਤ ਕਾਲਕਾ ਜੀ ਨੂੰ ਕੋ ਬਾਹਰ ਆਣ, ਮੇਰੇ ਜਵਾਬ ਦਿਓ। ਲੇਕਿਨ ਉਹ ਆਪਣੀ ਉਹੀ ਮਨ ਭਾਦੀ ਜਿਹੜੀ ਉਹਨਾਂ ਨੇ ਭਾਸ਼ਾਵਾਂ ਸਿੱਖੀਆਂ ਹੋਈਆਂ, ਮੈਂ ਇਹੀ ਕਹਾਂਗੀ, ਉਹੀ ਬੋਲਦੇ ਰਹੇ। ਇੱਥੇ ਤੱਕ ਬੋਲੇ ਕਿ ਜਾਗੋ ਪਾਰਟੀ ਦੀ ਬੀਬੀਆਂ ਇੱਥੇ ਗੰਦ ਪਾਣ ਆਈਆਂ ਹੈਗੀਆਂ। ਤੇ ਮੈਂ ਸਮਝਦੀ ਹਾਂ ਕਿ ਜਦੋਂ ਤੁਸੀਂ ਸਾਡੇ ਕੁਝ ਵੀ ਨਹੀਂ ਜਾਣਦੇ ਕਿ ਸਾਡਾ ਨੇਚਰ ਕਿੱਦਾਂ ਦਾ ਜਾਂ ਅਸੀਂ ਕਿੱਦਾਂ ਦੀਆਂ ਹੈਗੀਆਂ ਕਿੱਦਾਂ ਦੀ ਨਹੀਂ, ਆਪਣੇ ਮੈਂ ਜਦੋਂ ਤੁਹਾਨੂੰ ਨਹੀਂ ਜਾਣਦੀ ਸੀ ਤੇ ਜ਼ਾਹਿਰ ਜੀ ਗੱਲ ਹੈ ਤੁਸੀਂ ਵੀ ਮੈਨੂੰ ਨਹੀਂ ਜਾਣਦੇ ਹੈਗੇ ਹੋ, ਤੁਸੀਂ ਇੰਨੀ ਵੱਡੀ ਗੱਲ ਸਾਡੇ ਵਾਸਤੇ ਬੋਲ ਕਿਵੇਂ ਸਕਦੇ ਹੋ ਕਿ ਅਸੀਂ ਬੀਬੀਆਂ ਗੰਦ ਪਾਣ ਆਈਆਂ ਵਾ। ਤੇ ਜਿੱਥੇ ਸਾਡਾ ਬਹੁਤ ਜ਼ਿਆਦਾ ਉਤੋਂ ਦਿਲ ਦੁੱਖ ਰਿਹਾ ਸੀ, ਇਹ ਘਟਨਾ ਰੋਕੀ ਹੀ ਨਹੀਂ ਰਹੀ ਸੀ। ਇਸ ਸਾਰੇ ਸਿਨੈਰੀਓ 'ਚ ਉੱਥੇ ਬੀਬੀ ਤਰਵਿੰਦਰ ਕੌਰ ਖਾਲਸਾ ਵੀ ਮੌਜੂਦ ਸਨ। ਕਿਤੇ ਨਾ ਕਿਤੇ ਉਹ ਅੱਗੇ ਆ ਕੇ ਕੋਸ਼ਿਸ਼ ਇੱਕ ਵਾਰੀ ਕਰਦੇ ਆ ਕਿ ਸ਼ਾਇਦ ਇਹ ਗੱਲ ਰੁਕ ਜਾਵੇ। ਤੇ ਮੈਂ ਬੀਬੀ ਜੀ ਜਦੋਂ ਆਉਂਦੇ, ਮੈਂ ਬਿਲਕੁਲ ਬੀਬੀ ਜੀ ਨੂੰ ਇਹ ਵਰਡ ਬੋਲਦੀ ਹਾਂ ਕਿ ਬੀਬੀ ਜੀ ਮੈਂ ਇਹਨਾਂ ਬੰਦਿਆਂ ਨਾਲ ਗੱਲ ਨਹੀਂ ਕਰਾਂਗੀ, ਜੇ ਆਪ ਗੱਲ ਕਰਨਾ ਚਾਹੁੰਦੇ ਤਾਂ ਮੈਂ ਬਿਲਕੁਲ ਕਰਾਂਗੀ, ਲੇਕਿਨ ਇਹ ਜਿਸ ਭਾਸ਼ਾ ਵਿੱਚ ਗੱਲ ਕਰ ਰਹੇ ਮੈਂ ਨਹੀਂ ਕਰਾਂਗੀ ਇਹਨਾਂ ਦੇ ਨਾਲ। ਲੇਕਿਨ ਉਹ ਬੰਦੇ ਉਦੋਂ ਵੀ ਟਲ ਨਹੀਂ ਰਹੇ ਹੈਗੇ। ਇੰਨਾ ਜ਼ਿਆਦਾ ਮੈਂ ਕਿ
ਕਿਹੜੇ ਮੈਂ ਵਰਲਡ ਕਵਾਂ ਕਿ ਅੱਜ ਮੈਨੂੰ ਉਹਨਾਂ ਮੈਂ ਕਿ ਉਹ ਦੁਬਾਰਾ ਸੀਨ ਯਾਦ ਕਰਦੇ ਹੋਏ ਦਿਲ ਦੁਖਦਾ ਹੈ ਕਿ ਅਸੀਂ ਆਪਣੇ ਸਿੱਖ ਭਰਾਵਾਂ ਤੇ ਇੰਨਾ ਮਾਣ ਕਰਦੇ ਕਿ ਜੇ ਰਾਤ ਬਰਾਤੇ ਕਹਿੰਦੇ ਕੋਈ ਲੇਡੀਜ਼ ਲੇਟ ਹੋ ਰਹੀ ਹੋਵੇ ਤੇ ਉਹ ਕਹਿੰਦੀ ਸਿੱਖ ਭਰਾ ਆ ਰਿਹਾ ਤੇ ਮੈਂ ਇਹਦੇ ਨਾਲ ਮੈਂ ਕਿ ਲਿਫਟ ਲੈ ਲੈਂਦੀ ਹਾਂ ਕਿਉਂਕਿ ਮੈਨੂੰ ਪਤਾ ਮੈਂ ਸੇਫ ਚਲੀ ਜਾਵਾਂਗੀ। ਤੇ ਲੇਕਿਨ ਅੱਜ ਮੈਂ ਕਹਿੰਦੀ ਮੈਂ ਇੱਕ ਸਿੱਖ ਹੋਣ ਦੇ ਨਾਤੇ ਕਹਿ ਰਹੀ ਹਾਂ ਕਿ ਮੇਰੇ ਮਨ ਵਿੱਚ ਉਹ ਡਰ ਪੈਦਾ ਹੋ ਗਿਆ ਕਿ ਜੇ ਇਹੋ ਜਿਹੇ ਭਰਾ ਹੋਣਗੇ ਤਾਂ ਭੈਣਾਂ ਕਿੱਥੇ ਸੇਫ ਹੋਣਗੀਆਂ। ਤੇ ਉਹ ਸਾਰੀ ਚੀਜ਼ਾਂ ਘਟਨਾ ਵਾਪਰਦੀ ਹੈ, ਕਾਫੀ ਸ਼ੋਰ ਸ਼ਰਾਬਾ ਵੀ ਹੁੰਦਾ ਉਸ ਟਾਈਮ ਤੇ ਉਹਦੇ ਬਾਅਦ ਉਹ ਘਟਨਾ ਰੁਕਦੀ ਨਹੀਂ ਹੈ ਤੇ ਬੰਦੇ ਔਰ ਜਿਹੜੇ ਇਹਨਾਂ ਦੇ ਉੱਥੇ ਸਟਾਫ ਦੇ ਸੇਵਾਦਾਰ ਹੈਗੇ ਉਹ ਮੈਨੂੰ ਧੂ ਕੇ ਬਾਹਰ ਲੈ ਕੇ ਜਾਂਦੇ ਕਿ ਆਪ ਧੱਕੇ ਮਾਰਦੇ ਕਿ ਆਪ ਬਾਹਰ ਨਿਕਲੋ ਇੱਥੋਂ, ਤੁਹਾਡੇ ਨਾਲ ਕੋਈ ਗੱਲ ਨਹੀਂ ਕੀਤੀ ਜਾਏਗੀ, ਤੁਸੀਂ ਜਾਗੋ ਪਾਰਟੀ ਦੇ ਕੈਂਡੀਡੇਟ ਹੋ। ਮੈਂ ਬਾਰ-ਬਾਰ ਰਿਕਵੈਸਟ ਕਰ ਰਹੀ ਸੀ ਵੀਰ ਜੀ ਮੈਂ ਜਾਗੋ ਪਾਰਟੀ ਦਾ ਕੈਂਡੀਡੇਟ ਹੂੰ ਲੇਕਿਨ ਅੱਜ ਮੈਂ ਜਾਗੋ ਪਾਰਟੀ ਦਾ ਕੈਂਡੀਡੇਟ ਨਹੀਂ ਬਣ ਕੇ ਆਇਆ, ਮੈਂ ਸਿਰਫ ਇੱਕ ਗੁਰੂ ਦਾ ਸਿੱਖ ਬਣ ਕੇ ਆਈ ਹਾਂ, ਮੇਰੇ ਸਵਾਲਾਂ ਦੇ ਜਵਾਬ ਦਿਵੋ, ਜੋ ਕਿ ਉਹ ਨਹੀਂ ਦੇ ਰਹੇ ਸੀ। ਜਦੋਂ ਮੈਨੂੰ ਬਹੁਤ ਜ਼ਿਆਦਾ ਧੱਕੇ ਮਾਰ ਰਹੇ ਸੀ, ਕੋਈ ਇੱਧਰੋਂ ਧੂ ਰਿਹਾ ਸੀ ਕੋਈ ਇੱਧਰੋਂ ਧੂ ਰਿਹਾ ਸੀ, ਮੈਨੂੰ ਪੇਨ ਵੀ ਹੋ ਰਿਹਾ ਸੀ। ਮੈਂ ਆਪ ਜੀ ਜਿੱਦਾਂ ਮੈਂ ਦੱਸ ਰਹੀ ਮੈਨੂੰ ਇੱਕ ਇਹ ਦੋਨੋਂ ਬਾਹਾਂ ਤੋਂ ਫੜ ਕੇ ਧੂ ਰਹੇ ਸੀ, ਉਹਦੇ ਵਿੱਚ ਜੈਂਟਸ ਬੰਦੇ ਉਹ ਸਾਨੂੰ ਧੱਕੇ ਮਾਰਨਗੇ, ਆਪਣੇ ਭਰਾ ਮੈਨੂੰ ਧੱਕੇ ਮਾਰਨਗੇ ਤੇ ਹਜੇ ਲੇਡੀਜ਼ ਹੁੰਦੀ ਲੇਡੀਜ਼ ਕਰ ਰਹੀਆਂ ਸੀ ਤਾਂ ਉਹ ਵੀ ਧੱਕੇ ਮਾਰੀ ਖਿੱਚ ਕੇ ਲੈ ਕੇ ਜਾ ਰਹੀਆਂ ਸੀ। ਬੀਬੀ ਉੱਥੇ ਪਿੰਕੀ ਜੀ ਸੀ, ਅਮਰਜੀਤ ਕੌਰ ਪਿੰਕੀ, ਜਿਨ੍ਹਾਂ ਨੇ ਬਹੁਤ ਵਾਇਲੈਂਟ ਆਵਾਜ਼ ਵਿੱਚ ਮੈਨੂੰ ਡਰਾਉਣ ਦੀ ਵੀ ਕੋਸ਼ਿਸ਼ ਕੀਤੀ ਕਿ ਮੈਂ ਡਰ ਜਾਵਾਂ, ਲੇਕਿਨ ਮੈਂ ਗੁਰੂ ਦੀ ਸਿੰਘਣੀ ਹਾਂ, ਮੈਂ ਡਰਾਂਗੀ ਨਹੀਂ। ਤੇ ਉਸ ਦੌਰਾਨ ਮੈਂ ਜ਼ਰੂਰ ਉੱਥੇ 5 ਮਿੰਟ ਵਾਸਤੇ ਦਫ਼ਤਰ ਵਿੱਚ ਹੀ ਚੌਂਕੜੀ ਲਗਾ ਲਈ ਸੀ ਕਿਉਂਕਿ ਜਦੋਂ ਮੇਰੀ ਸੁਣਵਾਈ ਨਹੀਂ ਹੋ ਰਹੀ ਸੀ ਮੈਨੂੰ ਬਹੁਤ ਜ਼ਿਆਦਾ ਧੱਕੇ ਬੰਦਿਆਂ ਵੱਲੋਂ ਵੀ ਮਾਰੇ ਜਾ ਰਹੇ ਸੀ। ਇੰਨਾ ਜ਼ਿਆਦਾ ਇੰਨਾ ਕਿ ਮੈਂ ਕਹਿ ਸਕਦੀ ਕਿ ਮੇਰਾ ਉਹ ਜਿਹੜਾ ਸੂਟ ਮੈਂ ਉਦੋਂ ਪਾਇਆ ਹੋਇਆ ਸੀ ਉਹ ਵੀ ਜਗ੍ਹਾ ਜਗ੍ਹਾ ਤੋਂ ਛਿੱਜ ਚੁੱਕਿਆ ਹੈਗਾ ਵਾ। ਤੇ ਇਸ ਤੋਂ ਜ਼ਿਆਦਾ ਮੈਂ ਤੁਹਾਨੂੰ ਹੋਰ ਕੀ ਦੱਸ ਸਕਦੀ ਕਿ ਮੇਰੇ ਨਾਲ ਕਿੰਨਾ ਧੱਕਾ ਮੁੱਕੀ ਉਦੋਂ ਹੋਇਆ। ਉਹਦੇ ਬਾਅਦ 5 ਮਿੰਟ ਵਾਸਤੇ ਹਰਮੀਤ ਕਾਲਕਾ ਜੀ ਫਿਰ ਬਾਹਰ ਆ ਜਾਂਦੇ ਆ ਕਿਉਂਕਿ ਮੈਂ ਉੱਥੇ ਚੌਂਕੜੀ ਲਗਾ ਲੈਂਦੀ ਹਾਂ ਤੇ ਉਹ ਬਾਹਰ ਆਉਂਦੇ ਕਿ ਮੈਂ ਗੱਲ ਕਰਦਾ ਵਾਂ। ਜਦੋਂ ਬਾਹਰ ਆਉਂਦੇ ਗੱਲ ਸ਼ੁਰੂ ਹੁੰਦੀ ਹੈ ਮੈਂ ਸਵਾਲ ਕਰਦੀ ਹਾਂ ਕਿ ਵੀਰ ਜੀ ਕਹਿੰਦੇ ਤੁਹਾਡਾ ਸਵਾਲ ਕੀ ਹੈ। ਮੈਂ ਕਿਹਾ ਵੀਰ ਜੀ ਸਾਡੇ ਪ੍ਰਧਾਨ ਸਾਹਿਬ ਗੁਰਦੁਆਰਾ ਸਾਹਿਬ ਨਹੀਂ ਆ ਰਹੇ, ਕਹਿੰਦੇ ਜੀ ਉਹਨਾਂ ਨੂੰ ਤਾਂ 1.5 ਮਹੀਨਾ ਹੋ ਗਿਆ ਬਿਮਾਰ ਹੈ, ਜਦ ਕਿ ਉਸ ਤੋਂ 2 ਦਿਨ ਪਹਿਲੇ ਸਿਰਸਾ ਸਾਹਿਬ ਬੰਗਲਾ ਸਾਹਿਬ ਲਾਈਵ ਹੁੰਦੇ ਆ, ਲੇਕਿਨ ਹਰਮੀਤ ਕਾਲਕਾ ਜੀ ਕਹਿੰਦੇ ਉਹ ਤਾਂ 1.5 ਮਹੀਨੇ ਤੋਂ ਬਿਮਾਰ ਹੈ, ਘਰੋਂ ਬਾਹਰ ਨਹੀਂ ਨਿਕਲਦੇ। ਮੈਂ ਕਿਹਾ ਚਲੋ ਕੋਈ ਗੱਲ ਨਹੀਂ, ਜੇ ਇੱਦਾਂ ਦੀ ਮੈਂ ਬਾਬਾ ਜੀ ਅੱਗੇ ਅਰਦਾਸ ਕਰਦੇ ਹਾਂ ਠੀਕ ਹੋ ਜਾਣ। ਉਸ ਤੋਂ ਬਾਅਦ ਮੈਂ ਕਿ ਉਹਨਾਂ ਨੂੰ ਸਵਾਲ ਪਾਉਂਦੇ ਕਿ ਜੇ ਵੀਰ ਜੀ 30 ਮਈ ਨੂੰ ਆਪ ਕਹਿ ਰਹੇ ਹੋ ਘਟਨਾ ਵਾਪਰੀ ਸੀ ਤੇ 30 ਮਈ ਨੂੰ ਕਿਉਂ ਨਹੀਂ ਮਾਫੀ ਮੰਗੀ ਗਈ, ਕਿਉਂਕਿ ਜੇ ਅਸੀਂ ਆਪਣੇ ਗੁਰਦੁਆਰਿਆਂ ਤੋਂ ਲੰਗਰ ਦੀ ਮੰਗ ਕਰ ਸਕਦੇ ਹਾਂ, ਘਿਓ ਮੰਗ ਸਕਦੇ ਹਾਂ, ਆਪਣੀ ਰੋਜ਼ ਲਾਈਵ ਹੋ ਸਕਦੇ, ਤਾਂ ਮੈਨੂੰ ਲੱਗਦਾ ਜੇ ਗਲਤੀ ਹੋ ਵੀ ਗਈ ਸੀ ਤਾਂ 30 ਤਰੀਕ ਨੂੰ ਹੋਈ ਸੀ ਤਾਂ 30 ਤਰੀਕ ਨੂੰ ਮਾਫੀ ਮੰਗ ਲੈਂਦੇ। ਤੁਸੀਂ 6-7 ਦਿਨਾਂ ਦਾ ਕਾਹਦਾ ਵੇਟ ਕੀਤਾ ਕਿ 6-7 ਦਿਨਾਂ ਬਾਅਦ ਅਸੀਂ ਮਾਫੀ ਮੰਗਾਂਗੇ, ਜਾਂ ਤੁਸੀਂ ਵੇਟ ਕਰ ਰਹੇ ਸੀ ਕਿ ਜੇ ਸੰਗਤਾਂ ਨੂੰ ਪਤਾ ਲੱਗ ਗਿਆ ਤੇ ਅਸੀਂ ਕਾਨਫਰੰਸ ਬੁਲਾ ਕੇ ਮਾਫੀ ਮੰਗ ਲਾਂਗੇ, ਨਹੀਂ ਪਤਾ ਲੱਗਾ ਤੇ ਚੱਲਣ ਦੋ ਜਿੱਦਾਂ ਚੱਲ ਰਿਹਾ ਹੈਗਾ। ਤੇ ਉਹਦੇ ਬਾਅਦ ਜੋ ਵੀ ਸਵਾਲ ਮੈਂ ਕਰਦੀ ਸੀ ਮੈਂ ਕਿਹਾ ਕਿ ਆਪਨੇ 30 ਤਰੀਕ ਨੂੰ ਘਟਨਾ ਵਾਪਰੀ ਤੇ ਕਿਉਂ ਹੋਈ, ਸਰਦਾਰ ਮਨਜੀਤ ਸਿੰਘ ਜੀ ਕੇ। ਜੇ ਮੈਂ ਕਹਾਂ ਕਿ ਵੀਰ ਜੀ ਕਿ 10-6 ਦਿਨ ਪਹਿਲੇ ਮਰਿਆਦਾ ਹੋਰ ਸੀ ਹੁਣ ਹੋਰ ਹੈ ਤਦ ਵੀ ਮਨਜੀਤ ਸਿੰਘ ਜੀ ਕੇ। ਮੈਨੂੰ ਇੱਕ ਗੱਲ ਦੱਸੋ ਨਾ, ਮਨਜੀਤ ਸਿੰਘ ਜੀ ਕੇ ਦੇ ਸਵਾਲ ਤੁਸੀਂ ਮਨਜੀਤ ਸਿੰਘ ਜੀ ਕੇ ਨੂੰ ਕਰੋਗੇ, ਮੈਨੂੰ ਥੋੜੀ ਕਰੋਗੇ ਕਿਉਂ? ਔਰ ਜਦ ਮਨਜੀਤ ਸਿੰਘ ਜੀ ਕੇ ਦੀ ਗੱਲ ਕਰਦੇ ਹੋ ਤੇ ਜੇ ਉਹਨਾਂ ਤੇ FRI ਹੁੰਦੀਆਂ ਉਹਨਾਂ ਨੂੰ ਚੋਰ ਤੁਸੀਂ ਕਹਿੰਦੇ ਹੋ ਸਬੂਤ ਦੇ ਦਿਓ, ਪਹਿਲੀ ਗੱਲ। ਦੂਸਰੀ ਗੱਲ ਇਹ ਕਿ ਜੇ ਉਹਨਾਂ ਤੇ ਚੋਰੀ ਦਾ ਇਲਜ਼ਾਮ ਲੱਗੇ ਤਾਂ ਉਹਨਾਂ ਨੇ ਅਸਤੀਫਾ ਦੇ ਕੇ ਇੱਕ ਨਿਸ਼ਪਕਸ਼ ਜਗ੍ਹਾ ਛੱਡਤੀ ਕਿ ਉਹ ਪੁਲਿਸ ਜਾਂ ਕਿਸੇ ਨੇ ਵੀ ਜਿਹੜੀ ਕਾਰਵਾਈ ਕਰਨੀ ਉਹ ਕਰ ਸਕਦਾ, ਉਹ ਉੱਥੋਂ ਦੀ ਆਪਣਾ ਅਸਤੀਫਾ ਦੇ ਕੇ ਆ ਜਾਂਦੇ ਆ। ਉਹਨਾਂ ਨੇ ਚਾਹੁੰਦੇ ਤਾਂ ਉਹ ਅਸਤੀਫਾ ਨਾ ਦਿੰਦੇ, ਅੱਜ ਉਹ ਵੀ ਕੁਝ ਵੀ ਕਰ ਸਕਦੇ ਸੀ। ਮਨਜਿੰਦਰ ਸਿੰਘ ਸਿਰਸਾ ਤੇ 2-2 FRI ਹੋ ਜਾਂਦੀ ਹੈ ਕੋਰਟ ਦੇ ਥਰੂ ਹੁੰਦੀਆਂ, ਲੇਕਿਨ ਉਹ ਅੱਜ ਤੱਕ ਹਜੇ ਤੱਕ ਨਹੀਂ ਆਪਣਾ ਅਸਤੀਫਾ ਦਿੰਦੇ। ਇੱਥੋਂ ਸਾਫ਼ ਨਜ਼ਰ ਆਉਂਦਾ ਕਿ ਕੌਣ ਚੋਰ ਹੈ ਔਰ ਕੌਣ ਚੋਰ ਨਹੀਂ ਹੈਗਾ। ਜਦੋਂ ਇਹ ਸਭ ਕੁਝ ਹੋ ਰਿਹਾ ਹੁੰਦਾ ਉਦੋਂ ਹੀ ਇਹਨਾਂ ਦੇ ਇੱਕ ਢੋਲਕੀ, ਮੈਨੂੰ ਨਾਮ ਪੂਰਾ ਪਤਾ ਨਹੀਂ ਹੈਗਾ, ਸ਼ਾਇਦ ਕੋਈ ਢੋਲਕੀ ਜੀ ਹੈਗੇ ਨੇ, ਉਹ ਪਿੱਛੋਂ ਦੀ ਔਰ ਇਹਨਾਂ ਦੇ ਕਈ ਸਾਰੇ, ਇੱਕ ਪਤਾ ਨਹੀਂ ਸ਼ਾਇਦ ਕੋਈ ਬੱਬਰ ਨਾਮ ਦੇ ਬਿੰਦਰਾ ਜੀ, ਇਹ ਸਾਰੇ ਬਹੁਤ ਜ਼ਿਆਦਾ ਬਦਤਮੀਜ਼ੀ, ਜਿਨ੍ਹਾਂ ਨੇ ਸਭ ਤੋਂ ਜ਼ਿਆਦਾ ਬਦਤਮੀਜ਼ੀ ਕੀਤੀ ਉਹ 3 ਇਹ ਨਾਮ ਮੈਂ ਮੈਂਸ਼ਨ ਕਰਦੀ ਹਾਂ ਕਿ ਤਿੰਨਾਂ ਨੇ ਜ਼ਿਆਦਾ ਬਦਤਮੀਜ਼ੀ ਕੀਤੀ। ਹਰਮੀਤ ਕਾਲਕਾ ਜੀ ਗੱਲ ਕਰ ਰਹੇ ਨੇ, ਪਿੱਛੋਂ ਬੋਲਿਆ ਜਾ ਰਿਹਾ ਹੈ ਓਹੋ ਇਹੋ, ਤਾਂ ਮੈਨੂੰ ਸਮਝਦਾ ਕਿ ਅਸੀਂ ਇੱਕ ਆਫੀਸ਼ੀਅਲੀ ਜਗ੍ਹਾ 'ਤੇ ਖਲੋਤੇ ਸੀ ਔਰ ਆਫਿਸ ਦੇ ਵਿੱਚ ਕੁਝ ਮਰਿਆਦਾ ਹੁੰਦੀਆਂ ਨੇ, ਕੰਮ ਕਰਨ ਦਾ ਕੋਈ ਤਰੀਕਾ ਹੁੰਦਾ, ਕੋਈ ਆਂਦਾ ਉਹਨੂੰ ਪਰ ਜਿਵੇਂ ਕਿ ਆਪਣੇ ਆਪ ਨੂੰ ਐਡਰੈਸ ਕਰਨ ਦਾ ਇੱਕ ਤਰੀਕਾ ਹੁੰਦਾ, ਲੇਕਿਨ ਉੱਥੇ ਇਸ ਸਾਰੀ ਚੀਜ਼ਾਂ ਦੀ ਬਿਲਕੁਲ ਉਲੰਘਣਾ ਕੀਤੀ ਗਈ। ਜਦੋਂ ਇੱਦਾਂ ਸਭ ਕੁਝ ਹੋ ਰਿਹਾ ਸੀ ਤਦ ਵੀ ਮੈਂ ਹਰਮੀਤ ਕਾਲਕਾ ਜੀ ਨੂੰ ਬੋਲਦੀ ਹਾਂ ਤੇ ਬੀਬੀ ਜੀ ਕਹਿੰਦੀ ਹੈ ਬੀਬੀ ਦਾ ਤੇ ਦਿਮਾਗ ਖਰਾਬ ਹੈ। ਬੀਬੀ ਤਰਵਿੰਦਰ ਕੌਰ ਖਾਲਸਾ ਜੀ ਨੇ ਗੱਲ ਬੋਲੀ ਹੈ ਤੇ ਜਦੋਂ ਮੈਂ ਇਸ ਗੱਲ ਤੋਂ ਆਬਜੈਕਸ਼ਨ ਚੁੱਕਦੀ ਹਾਂ ਤੇ ਮੈਨੂੰ ਕਹਿੰਦੇ ਬੀਬੀ ਜੀ ਮੈਂ ਨਹੀਂ ਇਹੋ ਜਿਹਾ ਕੁਝ ਬੋਲਿਆ। ਮੈਂ ਕਿਹਾ ਬੀਬੀ ਜੀ ਮੈਂ ਸੁਣਿਆ, ਉਹ ਕਹਿੰਦੇ ਮੈਂ ਨਹੀਂ ਬੋਲਿਆ। ਮੈਂ ਫਿਰ ਵੀ ਮੈਂ ਕਿਹਾ ਮੇਰੀ ਵੱਡੀ ਹੈ, ਮੈਂ ਕਿਹਾ ਚਲੋ ਹੋ ਸਕਦਾ ਮੈਂ ਹੀ ਗਲਤ ਸੁਣ ਲਿਆ। ਉਸੇ ਦੌਰਾਨ ਬੀਬੀ ਅਮਰਜੀਤ ਕੌਰ ਪਿੰਕੀ ਜੀ ਸਾਈਡ ਤੇ ਖੜੇ ਹੋਏ ਮੇਰੀ ਬਾਂਹ ਤੇ ਕਾਫੀ ਜ਼ਿਆਦਾ ਮੈਨੂੰ ਹੀਟ ਕਰਦੇ ਪਏ ਨੇ। ਮੈਂ ਬਹੁਤ ਹੀ ਪਿਆਰ ਨਾਲ ਉਹਨਾਂ ਨੂੰ ਬੋਲਿਆ, ਮੈਂ ਕਿਹਾ ਦੀਦੀ ਕਿਉਂਕਿ ਉਹ ਸਾਡੇ ਨਾਲ ਰਹੇ ਆ ਜਾਗੋ ਪਾਰਟੀ ਵਿੱਚ ਤੇ ਮੈਂ ਉਹਨਾਂ ਦੀ ਰਿਸਪੈਕਟ ਕਰਦੀ ਹਾਂ। ਤੇ ਜਦੋਂ ਮੈਨੂੰ ਬਹੁਤ ਜ਼ਿਆਦਾ ਹੀਟ ਹੋ ਰਿਹਾ ਸੀ ਤੇ ਮੈਂ ਦੀਦੀ ਨੂੰ ਬੋਲਿਆ, ਮੈਂ ਕਿਹਾ ਦੀਦੀ ਆਪ ਮੇਰੇ ਕੋ ਹੀਟ ਕਰ ਰਹੇ ਹੋ। तो कहती उन्होंने उस टाइम भी काफ़ी वायलेंट खिलाया कि मैं 7 साल तो ये कर रही हैं वो भाई कर रहे हो तो की कर रहे हो, मेरे वास्ते थोड़ी कर रहे हो, जो भी कर रहे हो कौम वास्ते कर रहे हो, चंगा कर रहे हो, भी नहीं कर रहे तद भी मेरे वास्ते थोड़ी कर रहे हो।
ਇਹ ਸਾਰਾ ਸੁਨੈਰੀਓ ਜਦੋਂ ਵਾਪਰਦਾ ਤਾਂ ਹਰਮੀਤ ਕਾਲਕਾ ਜੀ ਦੁਬਾਰਾ ਉੱਥੋਂ ਦੀ ਭੱਜ ਜਾਂਦੇ ਆ, ਕਹਿੰਦੇ ਆ ਕਿ ਤੁਸੀਂ ਰਿਟਰਨ ਵਿੱਚ ਮੈਨੂੰ ਲਿਖ ਕੇ ਦੇ ਦੇਣਾ ਤੁਹਾਡੀ ਜੋ ਵੀ ਕੰਪਲੇਨ ਹੈ। ਮੈਂ ਕਿਹਾ ਵੀਰ ਜੀ ਮੈਂ ਬਿਲਕੁਲ ਰਿਟਰਨ ਵਿੱਚ ਲਿਖ ਕੇ ਦਿੰਦੀ ਹਾਂ, ਲੇਕਿਨ ਮੈਨੂੰ ਵੀ ਰਿਟਰਨ ਵਿੱਚ ਲਿਖਿਆ ਹੋਣਾ ਚਾਹੀਦਾ ਕਿ ਦਿੱਲੀ ਸਿੱਖ ਪ੍ਰਬੰਧਕ ਕਮੇਟੀ ਦੇ ਵਿੱਚ ਜੇ ਤੁਹਾਡੇ ਵੱਲੋਂ ਜਾਂ ਸਿਰਸਾ ਸਾਹਿਬ ਵੱਲੋਂ ਕੋਈ ਵੀ ਗਲਤੀ ਕੀਤੀ ਜਾਂਦੀ ਹੈ ਤਾਂ ਤੁਸੀਂ ਸਿੱਧਾ ਅਸਤੀਫੇ ਦਿਓਗੇ, ਕਿਉਂਕਿ ਸਾਡੀ ਬਰਦਾਸ਼ਤ ਖਤਮ। ਕਹਿੰਦੇ ਜੀ ਅਸੀਂ ਕਿਉਂ ਲਿਖ ਦਈਏ, ਜੇ ਤੁਸੀਂ ਨਹੀਂ ਲਿਖਣਾ ਤੇ ਮੈਂ ਵੀ ਨਹੀਂ ਲਿਖ ਕੇ ਦਿੰਦੀ, ਜਿਹੜੀ ਸਿੱਧੀ ਸਾਫ਼ ਜੀ ਗੱਲ ਹੈ। ਹਰਮੀਤ ਕਾਲਕਾ ਜੀ ਦੁਬਾਰਾ ਉੱਥੋਂ ਭੱਜ ਜਾਂਦੇ, ਫਿਰ ਉਹੀ ਮਾਹੌਲ ਬਣ ਜਾਂਦਾ। ਉਸ ਸਾਰੇ ਦੌਰਾਨ ਫਿਰ ਬੀਬੀ ਤਰਵਿੰਦਰ ਕੌਰ ਖਾਲਸਾ ਜੀ ਸਾਡੇ ਕੋਲ ਆਉਂਦੇ, ਗੱਲ ਕਰਦੇ ਆ 2 ਮਿੰਟ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਰਾਜਨੀਤਿਕ ਕੀਤੀ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਰਾਜਨੀਤਿਕ ਜ਼ਰੂਰ ਕੀਤੀ ਸੀ, ਲੇਕਿਨ ਰੱਬ ਦਾ ਵਾਸਤਾ ਆਪਣੇ ਨਾਲ ਨਾ ਰਲਾਓ, ਕਿਉਂਕਿ ਤੁਹਾਡੇ ਵਰਗੀ ਨਾ ਰਾਜਨੀਤਿਕ ਗੁਰੂ ਗੋਬਿੰਦ ਸਿੰਘ ਜੀ ਨੇ ਨਹੀਂ ਕੀਤੀ। ਤੁਸੀਂ ਤੇ ਇੱਕ ਗੰਦੀ ਰਾਜਨੀਤਿਕ ਦੇ ਉੱਤਰ ਆਏ ਹੈਗੇ ਹੋ, ਤੇ ਉਹਨਾਂ ਦੇ ਨਾਲ ਆਪਣੇ ਆਪ ਨੂੰ ਮਿਲਾਉਣ ਦੀ ਕੋਸ਼ਿਸ਼ ਨਾ ਕਰਨ। ਤੇ ਜਦੋਂ ਇਹੋ ਜਿਹੀ ਕੁਝ ਗੱਲਾਂ ਚੱਲਦੀਆਂ ਤੇ ਬੀਬੀ ਤਰਵਿੰਦਰ ਕੌਰ ਖਾਲਸਾ ਜੀ ਜੋ ਬੋਲਦੇ ਨੇ, ਜਿੱਥੋਂ ਦਿਲ ਮੇਰਾ ਟੁੱਟਦਾ ਹੈ, ਉਹ ਕਹਿੰਦੇ ਕਿ ਅਸੀਂ ਛੋਟੇ ਮਹੱਲੇ ਦੀਆਂ ਬੀਬੀਆਂ ਹੈਗੀਆਂ, ਸਾਨੂੰ ਮੂੰਹ ਨਹੀਂ ਲਾਣਾ ਚਾਹੀਦਾ। ਤੇ ਮੈਨੂੰ ਇਹ ਨਹੀਂ ਸਮਝ ਆਉਂਦਾ ਕਿ ਜਦੋਂ ਬੀਬੀ ਜੀ 550 ਸਾਲਾਂ ਤੇ ਸਿਰਸਾ ਜੀ ਔਰ ਕਾਲਕਾ ਜੀ ਵੱਲੋਂ ਸੋਨੇ ਦੀ ਤੇ ਪੈਸੇ ਦੀ ਲੁੱਟ ਖੁੱਟ ਕੀਤੀ ਜਾਂਦੀ ਹੈ, ਤੇ ਬੀਬੀ ਜੀ ਹੀ ਸਾਨੂੰ ਬੰਗਲਾ ਸਾਹਿਬ ਲੈ ਜਾ ਕੇ ਧਰਨੇ ਤੇ ਬਿਠਾਉਂਦੇ ਨੇ। ਇਹ ਗਲਤ ਬੰਦੇ ਨੇ। ਜਦੋਂ ਚੰਡੋਗ ਜੀ, ਪਰਮਜੀਤ ਸਿੰਘ ਚੰਡੋਗ ਜੀ ਦਾ ਕੇਸ ਆਉਂਦਾ ਹੈ, ਜਿਹੜਾ ਉਹ ਬੀਅਰ ਔਰ ਕੋਈ ਲੇਡੀ ਨਾਲ ਸ਼ਾਇਦ ਫੜੇ ਗਏ ਸੀ, ਉਹ ਵੀ ਸਾਡੇ ਸਾਹਮਣੇ ਬੀਬੀ ਜੀ ਲਿਆਂਦੇ ਨੇ ਕਿ ਮੈਂ ਇਹਨਾਂ ਨੂੰ ਮਾਈ ਭਾਗੋ ਬਣ ਕੇ ਸ੍ਰੀ ਸਾਹਿਬ ਨਾਲ ਵੱਢ ਦੇਵਾਂਗੀ। ਇੱਥੇ ਤੱਕ ਉਹਨਾਂ ਨੇ ਸਾਨੂੰ ਬੋਲਿਆ। ਸਾਨੂੰ ਲੱਗਾ ਕਿ ਸ਼ਾਇਦ ਕੌਮ ਦਾ ਇੱਕ ਬੰਦਾ ਹੈਗਾ ਜਿਹੜੀ ਸੇਵਾ ਕਰ ਰਿਹਾ ਸੀ, ਇਹਨਾਂ ਦੇ ਨਾਲ ਜ਼ਰੂਰ ਚੱਲਣਾ ਹੈਗਾ। ਲੇਕਿਨ ਉਸ ਦੌਰਾਨ ਆਪ ਦੇਖ ਸਕਦੇ ਹੋ ਅੱਜ ਬੀਬੀ ਜੀ 19 ਬੰਦਿਆਂ ਦੇ ਪਿੱਛੇ ਜਾ ਕੇ ਖੜੇ ਹੋ ਗਏ ਆ। ਜਾਂ ਤੇ ਬੀਬੀ ਜੀ ਦਾ ਆਪਣਾ ਕੋਈ ਮੁਫਾਦ ਹੈਗਾ ਸ਼ਾਇਦ ਕਿ ਉਹਨਾਂ ਨੂੰ ਇੱਥੇ ਇੱਕ ਦਫ਼ਤਰ ਦੇ ਦਿੱਤਾ ਗਿਆ ਹੈ, ਗੱਡੀ ਉਹਨਾਂ ਕੋਲ ਘੁੰਮਣ ਦੀ ਹੈ, ਮਹੀਨੇ ਦੀ ਸੈਲਰੀ ਸ਼ਾਇਦ ਉਹਨਾਂ ਨੂੰ ਕੋਈ ਪੈਕੇਜ ਮਿਲਦਾ ਪਿਆ, ਤੇ ਬੇਟੇ ਦੀ ਨੌਕਰੀ ਲੱਗੀ ਹੋਈ ਹੈ। ਤੇ ਮੈਂ ਕਹਾਂਗੀ ਕਿ ਤੁਸੀਂ ਜੋ ਮਰਜ਼ੀ ਕਰੋ, ਲੇਕਿਨ ਆਪਣਾ ਜ਼ਮੀਰ ਨਾ ਵੇਚੋ। ਗੁਰੂ ਘਰ ਦੀਆਂ ਜੇ ਅਸੀਂ ਬਾਣੇ ਪਾ ਕੇ ਅਸੀਂ ਕਹਿੰਦੇ ਅਸੀਂ ਸੇਵਾ ਕਰ ਰਹੇ ਹਾਂ, ਤਾਂ ਕੌਮ ਨੂੰ ਧੋਖਾ ਨਾ ਦਿਓ, ਕਿਉਂਕਿ ਕੌਮ ਬੜੀ ਮੁਸ਼ਕਿਲ ਵਿਸ਼ਵਾਸ ਕਰਦੀ ਹੈ। ਔਰ ਇਹ ਵਿਸ਼ਵਾਸ ਇੱਕ ਵਾਰੀ ਜਦੋਂ ਬਣਦਾ ਹੈ ਔਰ ਜਦੋਂ ਟੁੱਟਦਾ ਹੈ, ਤਾਂ ਸ਼ਾਇਦ ਉਹ ਕਿਸੇ ਵੀ ਬਾਣੇ ਵਾਲੀ ਬੀਬੀ 'ਤੇ ਕਦੀ ਵਿਸ਼ਵਾਸ ਨਹੀਂ ਕਰ ਪਾਉਣਗੇ ਕਿ ਬਾਣਾ ਪਾ ਕੇ ਵੀ ਬੀਬੀਆਂ ਝੂਠ ਬੋਲ ਸਕਦੀ। ਕਿਉਂਕਿ ਬੀਬੀ ਤਰਵਿੰਦਰ ਕੌਰ ਖਾਲਸਾ ਜੀ ਨੇ ਪੂਰੇ ਤਰੀਕੇ ਸਾਨੂੰ ਇਹ ਪ੍ਰਤੱਖ ਕੀਤਾ ਕਿ ਉਹ ਕਿੰਨਾ ਝੂਠ ਬੋਲਦੇ ਨੇ। ਅੱਜ ਉਹ ਕਹਿੰਦੇ ਮਨਜੀਤ ਸਿੰਘ ਜੀ ਕੇ ਪਹਿਲੇ ਮੈਨੂੰ ਯੂਜ਼ ਕਰਦਾ ਰਿਹਾ, ਮੈਨੂੰ ਭੇਜਦਾ ਰਿਹਾ, ਹੁਣ ਇਸ ਬੀਬੀ ਨੂੰ ਕਰਦਾ ਪਿਆ। ਮੈਂ ਪੁੱਛਣਾ ਚਾਹੁੰਦੀ, ਬੀਬੀ ਜੀ ਸ਼ਾਇਦ ਇੰਟਰਨੈਸ਼ਨਲ ਕੌਂਸਲ ਦੇ ਪ੍ਰਧਾਨ ਨੇ, ਤੇ ਮੈਨੂੰ ਇਹ ਲੱਗਦਾ ਕਿ ਇੰਨੀ ਵੱਡੀ ਉਪਾਧੀ ਜੇ ਉਹਨਾਂ ਨੇ ਸਾਂਭੀ ਹੋਈ ਸੀ ਔਰ ਇੰਨੇ ਐਕਸ਼ਨ ਲਿੱਤੇ, ਸੁਖਬੀਰ ਸਿੰਘ ਬਾਦਲ ਦੇ ਖਿਲਾਫ ਲਿੱਤੇ, ਕਾਲਕਾ ਜੀ ਦੇ ਖਿਲਾਫ ਲਿੱਤੇ, ਸਿਰਸਾ, ਤੇ ਮੈਨੂੰ ਲੱਗਦਾ ਉਹਨਾਂ ਕੋਲ ਆਪਣਾ ਦਿਮਾਗ ਤੇ ਜ਼ਰੂਰ ਹੋਏਗਾ। ਜਾਂ ਫਿਰ ਕਿਉਂਕਿ ਅਸੀਂ ਕਿਸੇ ਦੇ ਕਹਿਣ 'ਤੇ ਚੱਲੀਏ, ਤੇ ਮੈਨੂੰ ਲੱਗਦਾ ਫਿਰ ਅਸੀਂ ਕੌਮ ਦੇ ਵਾਸਤੇ ਜਦੋਂ ਅਸੀਂ ਚੱਲਦੇ ਹਾਂ ਵੀਰ ਜੀ, ਤੇ ਸਾਨੂੰ ਕਿਸੇ ਦੀ ਸਲਾਹ ਦੀ ਲੋੜ ਨਹੀਂ ਹੁੰਦੀ। ਤੇ ਮੈਨੂੰ ਲੱਗਦਾ ਕਿ ਜੀਕੇ ਸਾਹਿਬ ਨੂੰ ਜੇ ਚਲਾਉਣਾ ਹੁੰਦਾ ਤੇ ਉਹ ਆਪਣੇ ਹਿਸਾਬ ਨਾਲ ਚਲਾਉਂਦੇ। ਉਹ ਬੀਬੀ ਰਣਜੀਤ ਕੌਰ ਵਾਸਤੇ ਇਹਨਾਂ ਨੇ ਕਿਹਾ ਬੀਬੀ ਉਹ ਹੈਗੇ ਨੇ, ਨਾਮਧਾਰੀ ਹੈਗੇ ਨੇ। ਮੈਨੂੰ ਇਹ ਨਹੀਂ ਸਮਝ ਆਈ ਕਿ ਉਹਦੇ ਵਿੱਚ ਮਨਜੀਤ ਸਿੰਘ ਜੀਕੇ ਜੀ ਦਾ ਕੀ ਫਾਇਦਾ ਸੀ। ਉਹ ਇਹੋ ਜਿਹਾ ਵਰਲਡ ਕਿਉਂ ਬੋਲੇਂਗੇ ਕਿ ਤੁਸੀਂ ਜਾ ਕੇ ਬੋਲੋ। ਤੇ ਤੁਸੀਂ ਪਲੀਜ਼ ਉਹ ਗੱਲ ਬੋਲ ਰਹੇ ਹੋ ਜੋ ਬਿਲਕੁਲ ਝੂਠ ਹੈਗੀ ਹੈ। ਸਰਦਾਰ ਮਨਜੀਤ ਸਿੰਘ ਜੀਕੇ ਜੀ ਦੀ ਮੈਂ ਇਸ ਕਰਕੇ ਨਹੀਂ ਰਿਸਪੈਕਟ ਕਰਦੀ ਕਿ ਮੈਂ ਉਹਨਾਂ ਦੀ ਪਾਰਟੀ ਤੋਂ ਬਿਲੋਂਗ ਕਰਦੀ ਹੈਗੀ ਹਾਂ। ਮੈਂ ਬੀਬੀ ਆਪਣੇ ਗੁਰਬਾਨੀ ਵਿਰਸਾ ਸੰਭਾਲ ਨਰਿੰਦਰ ਕੌਰ ਆਂਟੀ ਜੀ ਦਾ ਇੱਥੇ ਨਾਮ ਮੈਂਸ਼ਨ ਕਰਦੀ ਹਾਂ, ਤੁਗਲਕਾਬਾਦ ਵਾਲੇ ਨਰਿੰਦਰ ਕੌਰ ਆਂਟੀ ਜੀ ਦਾ ਨਾਮ ਮੈਂਸ਼ਨ ਕਰਦੀ, ਸਤਵੰਤ ਕੌਰ ਆਂਟੀ ਜੀ ਦਾ ਨਾਮ ਮੈਂਸ਼ਨ ਕਰਦੀਆਂ। ਹਮੇਸ਼ਾ ਇਹਨਾਂ ਨੇ ਕਿਹਾ ਜੀਕੇ ਸਾਹਿਬ ਉਹ ਨੇ ਜਿਨ੍ਹਾਂ ਨੇ ਬੀਬੀਆਂ ਨੂੰ ਤਖਤਾਂ ਤੇ ਕੀਰਤਨ ਤੱਕ ਪਹੁੰਚਾਇਆ ਹੈਗਾ, ਔਰ ਲੇਡੀਜ਼ ਦਾ ਹਮੇਸ਼ਾ ਮਾਣ ਸਤਿਕਾਰ ਕਰਦੇ ਨੇ। ਮੈਂ ਉਹਨਾਂ ਮਾਵਾਂ ਤੇ ਆਪਣੀਆਂ ਤੇ ਵਿਸ਼ਵਾਸ ਕਰਦੀ ਹਾਂ। ਉਹਨਾਂ ਨੇ ਮੈਨੂੰ ਕਿਹਾ ਕਿ ਜੀਕੇ ਸਾਹਿਬ ਦੀ ਸੋਚ ਬਹੁਤ ਅੱਛੀ ਹੈਗੀ ਹੈ, ਕੌਮ ਵਾਸਤੇ ਕੰਮ ਅੱਛੇ ਕਰਦੇ ਨੇ, ਤੇ ਇਸੇ ਕਰਕੇ ਜੀ ਮੈਂ ਉਹਨਾਂ ਨਾਲ ਜੁੜੀ ਹੈਗੀ ਹਾਂ। ਬਾਕੀ ਹਾਂ, ਲੇਕਿਨ ਇੱਕ ਕਦੀ ਕਹਿਣ ਕਿ ਕੋਈ ਪ੍ਰੂਫ ਹੈਗਾ ਕਿ ਉਹਨਾਂ ਨੇ ਇਹੋ ਜਿਹੇ ਜਿਹੜੇ ਇਲਜ਼ਾਮ ਲਗਾਉਂਦੇ ਨੇ ਸੱਚੇ ਹੈ, ਤੇ ਮੈਂ ਕਹਿੰਦੀ ਸਬੂਤ ਦੇ ਦਿਓ। ਜੇ ਗਲਤ ਹੋਣਗੇ ਤੇ ਗਲਤ ਦੀ ਫਿਰ ਸਜ਼ਾ ਉਹਨਾਂ ਨੂੰ ਮਿਲੇਗੀ। ਮੇਰਾ ਹੁਣ ਡਬਲ ਰੋਲ ਹੋ ਗਿਆ, ਕਿਉਂਕਿ ਇੱਕ ਮੈਂ ਪਾਰਟੀ ਤੋਂ ਵੀ ਬਿਲੋਂਗ ਕਰ ਰਹੀ ਹਾਂ ਔਰ ਇੱਕ ਮਾਈ ਭਾਗੋ ਤੋਂ ਵੀ ਮੈਂ ਬਿਲੋਂਗ ਕਰਦੀ ਹਾਂ। ਤੇ ਜ਼ਾਹਿਰ ਜੀ ਗੱਲ ਹੈ, ਜੇ ਮੈਂ ਕੋਈ ਵੀ ਸਟੈਪ ਚੱਕਾਂਗੀ ਤੇ ਮੈਨੂੰ ਜੀਕੇ ਸਾਹਿਬ ਜੀ ਨੂੰ ਦੱਸਣਾ ਪਏਗਾ ਕਿ ਕਿਉਂਕਿ ਮੈਂ ਪਾਰਟੀ ਦੇ ਪ੍ਰਧਾਨ ਹੈ, ਤੇ ਮੈਨੂੰ ਉਹਨਾਂ ਨੂੰ ਦੱਸਣਾ ਪਏਗਾ। ਤੇ ਜਦੋਂ ਮੈਂ ਉਹਨਾਂ ਨੂੰ ਕਿਹਾ ਕਿ ਸਾਡੀ ਬੀਬੀਆਂ ਦੀ ਸਲਾਹ ਹੈ ਔਰ ਅਸੀਂ ਜਾਣਾ ਹੈਗਾ, ਤੇ ਜੀਕੇ ਸਾਹਿਬ ਜੀ ਨੇ ਮੈਨੂੰ ਸਾਫ਼ ਮਨਾ ਕਰਤਾ ਸੀ ਕਿ ਬੀਬੀ ਜੀ ਤੁਸੀਂ ਨਾ ਜਾਓ, ਤੁਹਾਨੂੰ ਕਿਸੇ ਵੀ ਸਵਾਲ ਦਾ ਆਨਸਰ ਨਹੀਂ ਮਿਲਣਾ। ਸ਼ਾਇਦ ਉਹ ਜਾਣਦੇ ਸੀ, ਕਿਉਂਕਿ ਇੱਥੇ 6 ਸਾਲ ਪ੍ਰਧਾਨ ਰਹੇ, ਤੇ ਸ਼ਾਇਦ ਇੱਥੇ ਜਾਣਦੇ ਸੀ ਕਿ ਗੁੰਡੇ ਬੈਠੇ ਤੇ ਬੀਬੀ ਨੂੰ ਮਿਲਣਾ ਕੁਛ ਨਹੀਂ, ਗਾਲਾਂ ਮਿਲਣੀਆਂ, ਤੇ ਬੀਬੀ ਨਾ ਜਾਵੇ। ਤੇ ਲੇਕਿਨ ਅੰਦਰ ਦੀ ਜਿਹੜੀ ਮੇਰੀ ਤਰਫ ਸੀ, ਕਿਉਂਕਿ ਮੈਂ ਉਸ ਦਿਨ ਪੂਰੀ ਰਾਤ ਨਹੀਂ ਸੁੱਤੀ ਹਾਂ, ਮੈਂ ਕੋਈ ਖਾਣਾ ਪੀਣਾ ਵੀ ਨਹੀਂ ਖਾਧਾ, ਮੈਨੂੰ ਇੰਨਾ ਦਰਦ ਸੀ, ਮੈਂ ਆਪ ਜੀ ਨੂੰ ਸਹੀ ਦੱਸਾਂ। ਤੇ ਫਿਰ ਮੇਰੇ ਕੋਲ ਹੋਰ ਕੋਈ ਰਸਤਾ ਨਹੀਂ ਸੀ। ਮੈਂ ਆਪ ਉਸ ਦਿਨ ਤੇ ਇਹਨਾਂ ਨੇ ਮੇਰੇ ਤੋਂ ਅਸਤੀਫੇ ਦੀ ਕਾਪੀ ਮੰਗੀ ਸੀ, ਬਟ ਮੈਂ ਇਹਨਾਂ ਨੂੰ ਨਹੀਂ ਦਿਖਾ ਪਾਈ ਸੀ। ਤੇ ਮੈਂ ਉਸ ਦਿਨ ਅਸਤੀਫਾ 7 ਜੂਨ ਨੂੰ ਮੈਂ ਪ੍ਰਧਾਨ ਜੀ ਨੂੰ ਕਹਿੰਦੀ ਹਾਂ, ਪ੍ਰਧਾਨ ਜੀ ਮੈਂ ਅਸਤੀਫਾ ਤੁਹਾਨੂੰ ਦੇ ਕੇ ਜਾ ਰਹੀ ਹਾਂ। ਜੇ ਆਪ ਜੀ ਨੂੰ ਲੱਗਦਾ ਕਿ ਮੈਂ ਕੱਲ ਗਲਤ ਕੰਮ ਕਰਨ ਜਾ ਰਹੀ ਹਾਂ, ਤਾਂ ਬਿਲਕੁਲ ਇਹਨੂੰ ਮਨਜ਼ੂਰ ਕਰ ਲੈਣਾ। ਔਰ ਜੇ ਆਪ ਜੀ ਨੂੰ ਲੱਗਦਾ ਕਿ ਕੌਮ ਵਾਸਤੇ ਮੈਂ ਕੋਈ ਹੱਕ ਔਰ ਸੱਚ ਦੀ ਗੱਲ ਕਰ ਰਹੀ ਹਾਂ, ਤੇ ਆਪ ਜੀ ਦੀ ਮਰਜ਼ੀ, ਆਪ ਜੀ ਨੂੰ ਪਾਰਟੀ ਵਿੱਚ ਰੱਖਣਾ ਰੱਖੋ, ਲੇਕਿਨ ਆਪ ਦੀ ਪਾਰਟੀ ਤੋਂ ਪਹਿਲੇ ਮੈਂ ਇੱਕ ਜਥੇਦਾਰ ਨਹੀਂ ਹੈਗੀ ਹੈ, ਤੇ ਮੈਨੂੰ ਆਪਣੀ ਸੰਗਤਾਂ ਦੀ ਗੱਲ ਮੰਨਣੀ ਪਏਗੀ। ਜੇ ਮੇਰੀ ਸੰਗਤਾਂ ਕਹਿ ਰਹੀਆਂ ਉੱਥੇ ਜਾਓ, ਤੇ ਮੈਨੂੰ ਪਹਿਲੇ ਉਹਨਾਂ ਦੀ ਗੱਲ ਰੱਖਣੀ ਪਏਗੀ, ਕਿਉਂਕਿ ਜੇ ਮੈਂ ਪਹਿਲੇ ਵਾਲਿਆਂ ਦੀ ਗੱਲ ਨਹੀਂ ਮੰਨ ਪਾਈ, ਤੇ ਮੈਂ ਸ਼ਾਇਦ ਅੱਗੇ ਵਾਲੀ ਸੰਗਤ ਦੀ ਵੀ ਗੱਲ ਨਹੀਂ ਮੰਨ ਪਾਵਾਂਗੀ। ਤੇ ਮੈਂ ਇਹ ਚਾਹਾਂਗੀ ਕਿ ਜਿੱਥੋਂ ਮੈਂ ਤੁਰੀ ਹਾਂ
ਹਾਂ ਮੈਂ ਉਸ ਸੰਗਤ ਦੀ ਹਮੇਸ਼ਾ ਆਪਣੀ ਦਿਲ ਵਿੱਚ ਰਿਸਪੈਕਟ ਜੋ ਹੈ ਉਹ ਲੈ ਕੇ ਚੱਲਾਂਗੀ। ਔਰ ਸੰਗਤ ਦੀ ਗੱਲ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਮੰਨੀ ਸੀ ਤੇ ਮੈਂ ਤੇ ਕੁਝ ਵੀ ਨਹੀਂ ਹੈ ਜੀ। ਮੈਨੂੰ ਤੇ ਹਜੇ ਉਹਨਾਂ ਨੇ ਕੋਈ ਮਨਜ਼ੂਰੀ ਨਹੀਂ ਦਿੱਤੀ ਹੈਗੀ। ਉਹ ਕਹਿੰਦੇ ਜਿਹੜਾ ਕੌਮ ਦਾ ਦਰਦ ਰੱਖਦਾ ਉਸ ਬੱਚੇ ਨੂੰ ਮੈਂ ਆਪਣੇ ਤੋਂ ਅਲੱਗ ਬਿਲਕੁਲ ਨਹੀਂ ਕਰਾਂਗਾ, ਕਿਉਂਕਿ ਜੋ ਤੇਰੇ ਵਿੱਚ ਮੈਂ ਇੱਕ ਕਹਿ ਸਕਦੇ ਕਿ ਜਿੱਦਾਂ ਤੂੰ ਜਾ ਕੇ ਉਹਨੂੰ ਐਡਰੈਸ ਕੀਤਾ, ਉਹਨੂੰ ਕੁਐਸਚਨ ਕੀਤਾ, ਸ਼ਾਇਦ ਹੀ ਅੱਜ ਤੱਕ ਕਿਸੇ ਨੇ ਦਾ ਔਨ ਦਾ ਟੇਬਲ ਕਿਸੇ ਨੂੰ ਸਵਾਲ ਕੀਤਾ ਹੋਵੇ। ਤੇ ਬਾਕੀ ਉਹਨਾਂ ਦੀ ਮਰਜ਼ੀ ਹੈ। ਜੇ ਅੱਜ ਮੈਂ ਕਿਉਂਕਿ ਅੱਜ ਵੀ ਮੈਂ ਬੈਠੀ ਹੋਈ ਹਾਂ, ਜੀਕੇ ਸਾਹਿਬ ਇੱਕ ਵਾਰੀ ਜ਼ਰੂਰ ਆਉਂਦੇ ਦੇਖਣ ਕਿ ਬੀਬੀ ਜੀ ਤੁਸੀਂ ਸੱਚੀ ਇਹ ਕੰਮ ਕਰਦੇ ਪਏ ਹੋ। ਮੈਂ ਕਿਹਾ ਹਾਂਜੀ ਮੈਂ ਬਿਲਕੁਲ, ਜਦੋਂ ਤੱਕ ਮੈਨੂੰ ਜਵਾਬ ਨਹੀਂ ਦਿੱਤਾ ਜਾਏਗਾ ਮੈਂ ਇਸੇ ਤਰੀਕੇ ਕਰਾਂਗੀ। ਤਾਂ ਉਹਦੇ ਬਾਅਦ ਉਹ ਨਹੀਂ ਆਉਂਦੇ। ਰਹੀ ਗੱਲ ਜਿਹੜੇ ਕੈਂਡੀਡੇਟਸ ਦੀ, ਉਹ ਗੱਲ ਕਰਦੇ ਕਿ ਜਾਗੋ ਦੇ ਕੈਂਡੀਡੇਟਸ ਆਉਂਦੇ ਆ ਤੇ ਜ਼ਾਹਿਰ ਜੀ ਗੱਲ 2 ਸਾਲਾਂ ਵਿੱਚ ਇੱਕ ਰਿਸ਼ਤਾ ਸਾਡੇ ਵਿੱਚ ਬਣ ਚੁੱਕਿਆ ਪਿਆਰ ਮੁਹੱਬਤ ਦਾ। ਲੇਕਿਨ ਉਹਨੇ ਪੋਲਿਟਿਕਸ ਬੰਦੇ ਇਹਨਾਂ ਨੇ ਉਸੇ ਤਰੀਕੇ ਦੇਖਣਾ ਹੈ। ਲੇਕਿਨ ਇੱਕ ਪਿਆਰ ਮੁਹੱਬਤ ਕਰਕੇ ਜੇ ਮੈਂ ਇੱਥੇ ਆ ਕੇ ਬੈਠਦੀ ਹਾਂ ਤਾਂ ਉਹ ਇੱਕ ਪਿਆਰ ਕਰਕੇ ਮੈਨੂੰ ਆ ਕੇ ਮਿਲਦੇ ਆ ਕਿ ਬੀਬੀ ਜੀ ਤੁਸੀਂ ਠੀਕ ਹੋ, ਤੁਸੀਂ ਇੱਥੇ ਬੈਠੇ ਹੋ। ਲੇਕਿਨ ਇਹਨਾਂ ਨੇ ਪੋਲਿਟਿਕਸ ਕੀਤੀ ਹੋਈ ਹੈ ਤੇ ਪੋਲਿਟਿਕਸ ਤਰੀਕੇ ਨਾਲ ਹੀ ਦੇਖਣਗੇ। ਇਹ ਬੇਸ਼ੱਕ ਉਹਨਾਂ ਨੂੰ ਜਾਗੋ ਪਾਰਟੀ ਦੇ ਕੈਂਡੀਡੇਟ ਦੇ ਰੂਪ ਦੇ ਦੇਖ ਰਹੇ ਹੋਣ, ਮੈਂ ਉਹਨਾਂ ਨੂੰ ਭਰਾ ਔਰ ਆਪਣੀ ਭੈਣਾਂ ਦੀ ਨਜ਼ਰ ਵਿੱਚ ਦੇਖਦੀ ਹਾਂ। ਇੱਕ ਵੀਰ ਜੀ ਇਹ ਲੈਟਰ ਹੋਰ ਜੋ ਮੈਂ 11 ਤਰੀਕ ਨੂੰ ਹਰਮੀਤ ਸਿੰਘ ਕਾਲਕਾ ਜੀ ਨੂੰ ਦਿੰਦੀ ਹਾਂ, ਜਿਹਦੇ ਵਿੱਚ ਪੂਰਾ ਵੇਰਵਾ ਮੈਂ ਦਿੱਤਾ ਹੈਗਾ ਔਰ ਇਹਦੀ ਰਿਸੀਵਿੰਗ ਵੀ ਉਹਨਾਂ ਦੇ ਨਰਿੰਦਰ ਸਿੰਘ ਜਿਹੜੇ ਪੀਏ ਹੈਗੇ ਆ ਉਹਨਾਂ ਨੇ ਜ਼ਰੂਰ ਮੈਨੂੰ ਦਿੱਤੀ ਸੀ। ਤੇ ਉਹਨਾਂ ਨੇ ਜਿਹੜੀ ਰਿਸੀਵਿੰਗ ਦਿੱਤੀ ਉਹਦੇ ਬਾਅਦ 11 ਤਰੀਕ ਨੂੰ ਮੈਂ ਉਹਨਾਂ ਨੂੰ ਮੇਲ ਵੀ ਪਾਈ ਹੈਗੀ ਹੈ। ਇਹ ਉਹਨਾਂ ਦੀ ਰਿਸੀਵਿੰਗ ਹੈ। ਮੈਂ 11 ਤਰੀਕ ਨੂੰ ਉਹਨਾਂ ਨੂੰ ਲੈਟਰ ਦੇਣ ਜਾਂਦੀ ਹਾਂ ਔਰ ਰਿਸੀਵਿੰਗ ਆਪ ਦੇਖ ਸਕਦੇ ਹੋ ਉਹਨਾਂ ਨੇ 10 ਤਰੀਕ ਦੀ ਪਾਈ ਹੈਗੀ। ਤੇ ਮੈਨੂੰ ਨਹੀਂ ਪਤਾ ਕਿ ਉਹ ਉਹ ਭੁੱਲ ਗਏ ਸੀ ਜਾਂ ਉਹਨਾਂ ਨੂੰ ਡੇਟ ਯਾਦ ਨਹੀਂ ਹੋਈ। ਤੇ ਨਾਰਮਲੀ ਜੀ ਗੱਲ ਹੈ, ਡੇਟ ਭੁੱਲ ਵੀ ਸਕਦੇ, ਕੋਈ ਵੱਡੀ ਗੱਲ ਨਹੀਂ ਹੈ। ਇਸ ਲੈਟਰ ਦੇ ਥਰੂ ਮੈਂ ਉਹਨਾਂ ਨੂੰ ਕਿਹਾ ਸੀ ਕਿ ਇਹ 11 ਤਰੀਕ ਨੂੰ ਦਿੰਦੀ ਹਾਂ। ਮੈਂ ਉਹਨਾਂ ਨੂੰ ਮੰਗ ਕੀਤੀ ਸੀ ਕਿ ਜੋ ਮੀਡੀਆ ਦੇ ਨਾਲ ਇਹਨਾਂ ਨੇ ਮਾਰਕੁੱਟ ਕੀਤੀ, ਕਿਉਂਕਿ ਜਿਹੜੇ ਮੀਡੀਆ ਇਹਨਾਂ ਦੇ PCP 'ਚ ਆਏ ਹੋਏ ਸਨ, ਉਹਨਾਂ ਨੇ ਉੱਥੇ ਜਦੋਂ ਘਟਨਾ ਦੇਖੀ ਤਾਂ ਉਹਨਾਂ ਨੇ ਕਿਸੇ ਵਿੱਚ 2-4 ਜਣੇ ਨੇ ਉਹਨਾਂ ਨੂੰ ਕਵਰ ਕਰਨ ਦੀ ਕੋਸ਼ਿਸ਼ ਕੀਤੀ ਔਰ ਇਹਨਾਂ ਨੇ ਉਹ ਵੀ ਵੀਡੀਓ ਵਾਇਰਲ ਹੋਈਆਂ ਨੇ। ਇਹਨਾਂ ਨੇ ਮੀਡੀਆ ਦੇ ਹੱਥ ਚੁੱਕ ਕੇ ਉਹ ਵੀਡੀਓ ਡਿਲੀਟ ਕਰਵਾਈ ਗਈ। ਮੈਂ ਅੱਜ ਹਰਮੀਤ ਕਾਲਕਾ ਜੀ ਕਹਿੰਦੇ ਕੋਈ ਬਦਸਲੂਕੀ ਨਹੀਂ ਹੋਈ, ਤੇ ਜੇ ਨਹੀਂ ਹੋਈ ਸੀ ਤਾਂ ਤੁਸੀਂ ਫਿਰ ਉਹਨਾਂ ਨੂੰ ਡਿਲੀਟ ਕਿਉਂ ਕਰਵਾਇਆ? ਤੁਸੀਂ ਉਹਨਾਂ ਨੂੰ ਪ੍ਰੂਫ ਦੇ ਤੌਰ ਤੇ ਜਨਤਕ ਕਰਦੇ ਕਿ ਬੀਬੀ ਜੀ ਨੇ ਗਲਤ ਕੀਤਾ। ਤੇ ਮੈਨੂੰ ਲੱਗਦਾ ਕਿ ਮੈਨੂੰ ਆਪਣੇ ਆਪ ਨੂੰ ਪ੍ਰੂਫ ਕਰਨ ਦੀ ਘੱਟ ਲੋੜ ਹੈ, ਹਰਮੀਤ ਕਾਲਕਾ ਜੀ ਨੂੰ ਪ੍ਰੂਫ ਕਰਨ ਦੀ ਜ਼ਿਆਦਾ ਜ਼ਰੂਰਤ ਹੈ ਕਿ ਉਸ ਦਿਨ ਗਲਤ ਹੋਇਆ ਸੀ ਜਾਂ ਨਹੀਂ ਹੋਇਆ ਸੀ। ਇਹ ਲੈਟਰ ਦੇਣ ਦਾ ਮਕਸਦ ਸੀ ਕਿ ਸਿਰਸਾ ਸਾਹਿਬ ਸਾਡੇ ਕਾਬਜ਼ ਪ੍ਰਧਾਨ ਨੇ ਔਰ ਉਸ ਦਿਨ ਉਹ ਮੌਜੂਦ ਨਹੀਂ ਸੀ ਤੇ ਮੈਂ ਉਹਨਾਂ ਨੂੰ ਸਾਰਾ ਆਪਣਾ ਵੇਰਵਾ ਦੱਸਿਆ। ਉਹਦੇ 'ਚ ਮੈਂ ਮੰਗ ਰੱਖੀ ਸੀ ਕਿ ਮੀਡੀਆ ਔਰ ਮਾਈ ਭਾਗੋ ਸਤਸੰਗ ਸਭਾ ਦਾ ਜਿਹੜਾ ਜਥਾ ਹੈਗਾ ਉਹਦੇ ਤੋਂ ਜਨਤਕ ਮਾਫੀ ਮੰਗੀ ਜਾਵੇ ਔਰ ਮੈਂ ਬੇਨਤੀ ਕੀਤੀ ਸੀ ਕਿ ਮੈਨੂੰ 2 ਦਿਨਾਂ ਦੇ ਵਿੱਚ ਪਲੀਜ਼ ਜਵਾਬ ਦਿੱਤਾ ਜਾਵੇ, ਜੋ ਸਿਰਸਾ ਸਾਹਿਬ ਕੋਲੋਂ ਨਹੀਂ ਆਉਂਦਾ ਹੈਗਾ। ਇਹ ਸਿਨੈਰੀਓ 17 ਤਰੀਕ ਤੱਕ ਚੱਲਦਾ। 17 ਤਰੀਕ ਨੂੰ ਮੈਂ ਮੈਸੇਜ ਆਈ ਸਾਰਿਆਂ ਨੂੰ ਇੱਕ ਮੈਸੇਜ ਦਿੰਦੀ ਹਾਂ ਕਿ ਮੈਂ ਰਕਾਬਗੰਜ ਸਾਹਿਬ ਜਾ ਰਹੀ ਹੈਗੀ। ਮੈਂ ਲੈਟਰ ਦਿੱਤਾ ਸੀ, ਇਹਦਾ ਜਵਾਬ ਲੈਣ ਵਾਸਤੇ ਮੈਂ 17 ਤਰੀਕ ਨੂੰ ਪਹੁੰਚਦੀ ਹਾਂ, ਜੋ ਕਿ ਮੈਨੂੰ ਉੱਥੇ ਜਾ ਕੇ ਪਤਾ ਲੱਗਦਾ ਹੈ ਕਿ ਸਿਰਸਾ ਸਾਹਿਬ ਦਿੱਲੀ ਵਿੱਚ ਹੀ ਨਹੀਂ ਹੈ। ਮੈਂ ਫਿਰ ਘਰ ਚਲੀ ਜਾਂਦੀ ਹਾਂ। ਲੇਕਿਨ ਉਦੋਂ ਮੈਂ ਕਿਉਂਕਿ ਕਾਫੀ ਮੈਨੂੰ ਵੀ ਲੱਗਦਾ ਕਿ ਇੰਨੀ ਇਹੋ ਜਿਹੀ ਘਟਨਾ ਹੋ ਜਾਏ ਔਰ ਸਿਰਸਾ ਸਾਹਿਬ ਤੇ ਹਰ ਚੀਜ਼ ਤੇ ਬੜਾ ਧਿਆਨ ਦਿੰਦੇ ਨੇ ਕਿ ਮੇਰੇ ਕਿਸੇ ਸਿੱਖ ਭਰਾ ਨਾਲ ਗਲਤ ਹੋ ਜਾਏ ਤੇ ਮੈਂ ਉਹਦੀ ਰਖਵਾਲੀ ਕਰਾਂਗਾ, ਕਿਸੇ ਨਾਲ ਵੀ ਕੁਝ ਗਲਤ ਹੋਏ ਤੇ ਮੈਂ ਤੇ ਭੈਣ ਸੀ ਉਹਨਾਂ ਦੀ ਤੇ ਮੈਨੂੰ ਲੱਗਾ ਕਿ ਮੇਰੇ ਲਈ ਤਾਂ ਇਹ ਹੋਏਗਾ ਹੀ ਸਪੋਰਟ। ਤੇ ਲੇਕਿਨ ਉਹਨਾਂ ਵੱਲੋਂ ਕੋਈ ਸਪੋਰਟ ਨਹੀਂ ਹੋਇਆ। ਉਦੋਂ ਮੈਂ ਟੈਲੀਫੋਨ ਨੰਬਰ ਮੇਰੇ ਕੋਲ ਸਿਰਸਾ ਸਾਹਿਬ ਦੇ ਨਹੀਂ ਸੀ, ਮੈਂ ਉਦੋਂ ਕਮੇਟੀ ਤੋਂ ਲੈਂਦੀ ਹੈਗੀ ਇਹਨਾਂ ਦੇ ਨੰਬਰ। ਮੈਂ ਇਹਨਾਂ ਨਾਲ ਗੱਲ ਕਰਦੀ ਹਾਂ ਤੇ ਸਿਰਸਾ ਸਾਹਿਬ ਮੈਨੂੰ ਕਹਿੰਦੇ ਆ ਕਿ ਬੀਬੀ ਜੀ ਜੇ ਤੁਸੀਂ ਆਉਣਾ ਹੈ ਤੇ ਬਾਲਾ ਸਾਹਿਬ ਆ ਜਿਓ। ਮੈਂ ਰਕਾਬਗੰਜ ਸਾਹਿਬ ਨਹੀਂ ਆਉਂਦਾ ਕਿਉਂਕਿ ਮੇਰੇ ਲਈ ਹਸਪੀਟਲ ਤੋਂ ਜ਼ਰੂਰੀ ਹੋਰ ਕੋਈ ਕੰਮ ਨਹੀਂ ਹੈ, ਮੈਂ ਬਿਲਕੁਲ ਵੀ ਕਿਤੇ ਨਹੀਂ ਜਾਵਾਂਗਾ। ਮੈਂ ਕਿਹਾ ਠੀਕ ਹੈ ਜੀ, ਮੈਂ ਸੰਗਤਾਂ ਨੂੰ ਪੁੱਛਾਂਗੀ, ਜੇ ਹਾਮੀ ਭਰਨਗੇ ਤੇ ਅਸੀਂ ਬਾਲਾ ਸਾਹਿਬ ਆ ਜਾਵਾਂਗੇ। ਜਦੋਂ ਮੈਂ ਬੀਬੀਆਂ ਨੂੰ ਪੁੱਛ ਰਹੀ ਹਾਂ ਉਹਨਾਂ ਨੇ ਸਾਫ਼ ਇਨਕਾਰ ਕਰਤਾ ਕਿ ਉਹਨਾਂ ਨੇ ਕਿਹਾ ਕਿ ਬੀਬੀ ਜੀ ਅਸੀਂ ਜਿਹੜਾ ਸਾਡਾ ਮੇਨ ਹੈੱਡ ਆਫਿਸ ਰਕਾਬਗੰਜ ਸਾਹਿਬ ਹੈ, ਅਸੀਂ ਜੋ ਵੀ ਗੱਲ ਕਰਾਂਗੇ ਉੱਥੇ ਕਰਾਂਗੇ, ਕਿਉਂਕਿ ਜੋ ਕੁਝ ਹੋਇਆ ਉਹਦੇ ਬਾਅਦ ਕਿਤੇ ਨਾ ਕਿਤੇ ਉਹਨਾਂ ਦੇ ਦਿਲ ਹਜੇ ਤੱਕ ਸਹਿਮੇ ਹੋਏ ਨੇ ਕਿ ਸਾਡੇ ਨਾਲ ਇੱਦਾਂ ਦੀ ਬਦਤਮੀਜ਼ੀ ਹੋਈ ਤੇ ਬਾਲਾ ਸਾਹਿਬ ਤੇ ਪਤਾ ਨਹੀਂ ਕੀ ਹੋ ਸਕਦਾ ਤੇ ਅਸੀਂ ਉੱਥੇ ਨਹੀਂ ਜਾਵਾਂਗੇ, ਅਸੀਂ ਹੈੱਡ ਆਫਿਸ ਵਿੱਚ ਹੀ ਸਾਰੀ ਗੱਲ ਕਰਾਂਗੇ ਤੇ ਸਿਰਸਾ ਸਾਹਿਬ ਨੂੰ ਸਾਨੂੰ ਇੱਥੇ ਟਾਈਮ ਦਿੱਤਾ ਜਾਵੇ। ਉਸ ਤੋਂ ਬਾਅਦ ਕੰਟੀਨਿਊ ਮੇਰੀ ਸਿਰਸਾ ਸਾਹਿਬ ਨਾਲ ਕਦੀ ਫੋਨ ਚੁੱਕਦੇ ਸੀ, ਕਦੀ ਨਹੀਂ ਚੁੱਕਦੇ ਸੀ। ਜਦੋਂ ਵੀ ਚੁੱਕਦੇ ਸੀ ਮੇਰੀ ਇਹੀ ਬੇਨਤੀ ਹੁੰਦੀ ਸੀ ਕਿ ਸਿਰਸਾ ਸਾਹਿਬ ਆਪਣਾ ਬਹੁਤ ਕੀਮਤੀ ਤੁਹਾਡਾ ਸਮੇਂ ਹੈਗਾ, ਪਲੀਜ਼ ਮੈਨੂੰ ਉਹਦੇ ਵਿੱਚੋਂ ਦੀ ਥੋੜ੍ਹਾ ਸਮੇਂ ਕੱਢ ਕੇ ਇੱਥੇ ਮਿਲੋ ਔਰ ਇਸ ਚੀਜ਼ ਨੂੰ ਛੇਤੀ ਤੋਂ ਛੇਤੀ ਅਸੀਂ ਖਤਮ ਕਰੀਏ, ਕਿਉਂਕਿ ਬੀਬੀਆਂ ਵਿੱਚ ਕਾਫੀ ਰੋਸ ਹੈ ਇਸ ਚੀਜ਼ ਦਾ। ਲੇਕਿਨ ਜਦੋਂ ਨਹੀਂ ਇਹ ਗੱਲ ਹੁੰਦੀ ਤੇ 21 ਤਰੀਕ ਨੂੰ ਮੇਰੀ ਗੱਲ ਹੁੰਦੀ ਹੈ ਤੇ ਮੈਂ ਸਿਰਸਾ ਸਾਹਿਬ ਜੀ ਨੂੰ ਪੁੱਛਦੀ ਹਾਂ ਕਿ ਮੈਨੂੰ ਬਸ ਇੱਕ ਗੱਲ ਦਾ ਜਵਾਬ ਦੇ ਦਿਓ ਕਿ ਜੋ ਹਰਮੀਤ ਸਿੰਘ ਕਾਲਕਾ ਜੀ ਦੇ ਦਫ਼ਤਰ ਇੱਥੇ ਰਕਾਬਗੰਜ ਸਾਹਿਬ ਘਟਨਾ ਵਾਪਰੀ 7 ਤਰੀਕ ਨੂੰ, ਉਹ ਸਹੀ ਹੈ? ਉਹ ਕਹਿੰਦੇ ਜੀ ਨਹੀਂ, ਸਭ ਕੁਝ ਗਲਤ ਹੋਇਆ। ਆਪ ਜੀ ਨੇ ਮੰਨ ਲਿਆ, ਆਪ ਮੰਨਿਆ, ਮੈਂ ਤੇ ਨਹੀਂ ਕਿਹਾ। ਉਹਦੇ ਬਾਅਦ ਮੈਂ ਕਹਿੰਦੀ ਫਿਰ ਵੀਰ ਜੀ ਮੈਂ ਪੁੱਛਦੀ ਹਾਂ, ਜੇ ਮੈਂ ਆਈ ਸੀ ਮੈਂ ਸਵਾਲ ਕਰ ਰਹੀ ਸੀ ਤਾਂ ਉਹਦਾ ਕਿਹਾ ਕਿ ਮੀਡੀਆ ਦੇ ਬਾਅਦ ਅਸੀਂ ਜਵਾਬ ਦੇਵਾਂਗੇ ਤੇ ਕਿੰਨੇ ਦੇਣਾ ਸੀ? ਕਹਿੰਦੇ ਹਰਮੀਤ ਕਾਲਕਾ ਨੇ ਦੇਣਾ ਸੀ। ਮੈਂ ਕਿਹਾ ਵੀਰ ਜੀ ਸ਼ਾਇਦ ਫਿਰ ਇਸ ਤੋਂ ਅੱਗੇ ਮੈਨੂੰ ਕੋਈ ਗੱਲ ਕਰਨ ਦੀ ਜ਼ਰੂਰਤ ਨਹੀਂ ਹੈ। ਉਹ ਕਹਿੰਦੇ ਬੀਬੀ ਜੀ ਕੀ ਚਾਹੁੰਦੇ ਹੋ? ਮੈਂ ਕਿਹਾ ਮੈਂ ਲਿਖਤ ਵਿੱਚ ਦਿੱਤਾ ਕਿ ਮੀਡੀਆ ਤੇ ਤਾਂ ਸਾਡੇ ਤੋਂ ਜਨਤਕ ਮਾਫੀ ਮੰਗੀ ਜਾਏ ਜੋ ਇਹਨਾਂ ਨੇ ਬਦਸਲੂਕੀ ਕੀਤੀ ਹੈ ਹਰਮੀਤ ਸਿੰਘ ਕਾਲਕਾ, ਬੀਬੀ ਤਰਵਿੰਦਰ ਕੌਰ ਹਰਮੀਤ ਸਿੰਘ ਕਾਲਕਾ ਔਰ ਬੀਬੀ ਤਰਵਿੰਦਰ ਕੌਰ ਖਾਲਸਾ ਔਰ ਇਹਨਾਂ ਦੇ ਜਿਹੜੇ ਮੌਜੂਦਾ ਮੈਂਬਰ ਉਧਰ ਹਨ ਇਹਨਾਂ ਨਾਲ ਅਪਸ਼ਬਦਾਂ ਲਈ ਇਹਨਾਂ ਨੇ ਬੋਲੀ ਹੈ। ਉਹ ਕਹਿੰਦੇ ਜੀ ਮੈਂ ਕਿਸੇ ਤੋਂ ਮਾਫੀ ਨਹੀਂ ਮੰਗਵਾ ਸਕਦਾ, ਮੈਂ ਤਾਂ ਬੜਾ ਛੋਟਾ ਜਿਹਾ ਬੰਦਾ ਹਾਂ। ਮੈਂ ਸਮਝਦੀ ਹਾਂ ਕਿ ਤੁਸੀਂ ਉਹਨਾਂ ਤੋਂ ਤਾਂ ਸੀਨੀਅਰ ਹੀ ਹੋ
ਤੇ ਸੀਨੀਅਰ ਹੋਣ ਦੇ ਨਾਤੇ ਔਰ ਪ੍ਰਧਾਨ ਹੋਣ ਦੇ ਨਾਤੇ ਤੁਹਾਡਾ ਰਾਈਟ ਬਣਦਾ ਸੀ ਕਿ ਤੁਸੀਂ ਦੋਨੋਂ ਪੱਖਾਂ ਦੀ ਗੱਲ ਸੁਣ ਕੇ ਇੱਕ ਨਿਆਂ ਕਰਦੇ, ਸਾਨੂੰ ਵੀ ਬਿਠਾਉਂਦੇ, ਉਹਨਾਂ ਨੂੰ ਵੀ ਬਿਠਾਉਂਦੇ ਔਰ ਦੋਨਾਂ ਦੀ ਸਾਡੀ ਆਪਸ ਵਿੱਚ ਗੱਲ ਸੁਣ ਕੇ ਜੋ ਤੁਹਾਨੂੰ ਸਹੀ ਫੈਸਲਾ ਲੱਗਦਾ ਤੁਸੀਂ ਕਰਦੇ। ਮੈਂ ਮੰਨਦੀ, ਮੈਂ ਮੰਗੀ ਹੈ ਮੰਗ ਕੇ ਸਾਨੂੰ ਵੀ ਮਾਫੀ ਚਾਹੀਦੀ ਹੈ ਜੀ। ਜਨਤਕ ਮਾਫੀ ਚਾਹੁੰਦੀ ਹਾਂ, ਜਿੱਦਾਂ ਕਾਨਫਰੰਸ ਚੱਲ ਰਹੀ ਸੀ ਉੱਦਾਂ ਹੀ ਕਾਨਫਰੰਸ ਵਿੱਚ ਸਾਰਾ ਮੀਡੀਆ ਆਏ, ਮੀਡੀਆ ਦੇ ਸਾਹਮਣੇ ਜਿਹੜੇ ਮੀਡੀਆ ਨਾਲ ਇਹਨਾਂ ਨੇ ਬਦਤਮੀਜ਼ੀ ਕੀਤੀ ਔਰ ਜਿਹੜੀ ਬੀਬੀਆਂ ਨਾਲ ਬਦਤਮੀਜ਼ੀ ਕੀਤੀ ਆ ਉਹਨਾਂ ਤੋਂ ਉਸੇ ਇੱਦਾਂ ਹੀ ਕਾਨਫਰੰਸ ਵਿੱਚ ਬੋਲਣ ਕਿ ਸਾਡੇ ਤੋਂ ਉਦੋਂ ਗਲਤੀ ਹੋਈ ਹੈ ਔਰ ਅਸੀਂ ਆਪਣੀ ਗਲਤੀ ਦੀ ਮਾਫੀ ਮੰਗਦੇ ਹਾਂ। ਔਰ ਜਿਹੜੀ ਕੋਈ ਬੀਬੀ ਅੱਗੇ ਤੋਂ ਇੱਥੇ ਦਫ਼ਤਰ ਵਿੱਚ ਆਏਗੀ ਅਸੀਂ ਆਸ਼ਵਾਸਨ ਦਿੰਦੇ ਕਿ ਕਦੀ ਵੀ ਕਿਸੇ ਬੀਬੀ ਨਾਲ ਇਸ ਲੈਂਗੁਏਜ ਵਿੱਚ ਗੱਲ ਨਹੀਂ ਕੀਤੀ ਜਾਏਗੀ, ਠੀਕ ਹੈ ਕਿ ਉਸ ਚੀਜ਼ ਦੀ ਮਾਫੀ ਮੰਗਣ ਤਾਂ ਕਿ ਵੀਰ ਜੀ ਅੱਗੇ ਆਉਣ ਵਾਲੇ ਸਮੇਂ 'ਚ ਜੇ ਕਿਸੇ ਨੇ ਗੁਰੂ ਘਰਾਂ ਵਾਸਤੇ ਆਵਾਜ਼ ਚੁੱਕਣੀ ਹੈ ਤਾਂ ਉਹਨਾਂ ਦੇ ਦਿਲ 'ਚ ਡਰ ਨਾ ਆਏ ਕਿ ਅਸੀਂ ਕਮੇਟੀਆਂ 'ਚ ਜਾਵਾਂਗੇ ਤਾਂ ਸਾਨੂੰ ਮਾਂ ਭੈਣ ਦੀਆਂ ਗਾਲਾਂ ਕੱਢੀਆਂ ਜਾਣਗੀਆਂ, ਸਾਨੂੰ ਗੰਦੀਆਂ ਬੀਬੀਆਂ ਕਹੀਆਂ ਜਾਣਗੀਆਂ। ਇਹ ਹੱਕ ਔਰ ਸੱਚ ਦੀ ਲੜਾਈ ਹੈ, ਮੈਂ ਲੜਾਂਗੀ ਔਰ ਇੱਥੇ ਮੈਂ ਉਦੋਂ ਤੱਕ ਬੈਠੀ ਰਵਾਂਗੀ ਜਦੋਂ ਤੱਕ ਮੌਜੂਦਾ ਕਮੇਟੀ ਜੋ ਇਸ ਟਾਈਮ ਬੈਠੇ ਹੋਏ ਨੇ ਉਹ ਇੱਥੇ ਆ ਕੇ ਜਨਤਕ ਸਾਡੇ ਤੋਂ ਔਰ ਮੀਡੀਆ ਤੋਂ ਮਾਫੀ ਨਹੀਂ ਮੰਗਣਗੇ। ਮੈਂ ਉਦੋਂ ਤੱਕ ਇੱਥੇ ਬੈਠੀ ਰਵਾਂਗੀ। ਅੱਜ 5 ਦਿਨ ਹੋ ਗਏ, 4 ਰਾਤਾਂ ਬੀਤ ਜਾਂਦੀਆਂ, ਲੇਕਿਨ ਇਹਨਾਂ ਵੱਲੋਂ ਕੋਈ ਵੀ ਮੈਨੂੰ ਟੈਲੀਫੋਨ ਨਹੀਂ ਆਉਂਦਾ ਜਾਂ ਕੋਈ ਗੱਲ ਨਹੀਂ ਕੀਤੀ ਜਾਂਦੀ। ਪੁਲਿਸ ਦੀ ਧਮਕੀਆਂ ਜ਼ਰੂਰ ਮੈਨੂੰ ਦਿੱਤੀਆਂ ਜਾਂਦੀਆਂ।